ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਆ, ਇਹਦੇ ਵਿੱਚ ਦੋ ਸ਼ਕਤੀਆਂ ਜਿਹੜੀਆਂ ਹਨ ਇੱਕ ਦੂਜੇ ਦੇ ਵਿਪਰੀਤ ਖੜੀਆਂ ਕੀਤੀਆਂ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਅਗਰ ਉਹਨੇ ਚਾਨਣ ਬਣਾਇਆ ਤਾਂ ਇਹਦੇ ਵਿਪਰੀਤ ਹਨੇਰਾ ਪੈਦਾ ਕੀਤਾ ਹੈ, ਅਗਰ ਸੱਚ ਹੈ ਇਹਦੇ ਵਿਪਰੀਤ ਝੂਠ ਖੜਾ ਕੀਤਾ ਹੈਗਾ। ਇਸੇ ਤਰ੍ਹਾਂ ਅਗਰ ਨਰ ਹੈ ਤਾਂ ਇਹਦੇ ਵਿਪਰੀਤ ਨਾਰੀ ਖੜੀ ਕੀਤੀ ਹੈ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਵੇਂ ਮਨੁੱਖਾ ਜਾਤ ਦੇ ਅੰਦਰ ਦੋ ਬਿਰਤੀਆਂ ਪ੍ਰਧਾਨ ਹੈਗੀਆਂ। ਇੱਕ ਬਿਰਤੀ ਕੀ ਹੈ, ਜਿਹੜੀ ਗੁਰਮੁਖਾਂ ਦੀ ਬਿਰਤੀ, ਜਿਹਨੂੰ ਗੁਰਮੁਖ ਆਖਦੇ ਹੈ। ਦੂਸਰੀ ਉਹ ਬਿਰਤੀ ਹੈ ਜਿਹਨੂੰ ਅਸੀਂ ਮਨਮੁਖ ਬਿਰਤੀ ਕਰਕੇ ਆਖਦੇ ਹਾਂ, ਕਿ ਜਿਹੜੀ ਮਨ ਦੀ ਦੁਨੀਆ ਨਾਲ ਜੁੜੀ ਆ, ਦੂਸਰੀ ਗੁਰੂ ਦੀ ਦੁਨੀਆ ਨਾਲ ਜੁੜੀ ਆ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਸ ਤੋਂ ਮਨੁੱਖਾਂ ਤੋਂ ਉੱਪਰ ਹੈਗੀ ਆ ਦੇਵ ਬਿਰਤੀ। ਜਿਹੜੀ ਦੇਵ ਬਿਰਤੀ ਹੈਗੀ ਆ, ਇਹ ਦੇਵ ਬਿਰਤੀ ਦੇ ਵਿੱਚ ਸਤੋਗੁਣੀ ਰੂਪ ਵਾਹਿਗੁਰੂ ਜੀ ਦਾ ਪ੍ਰਧਾਨ ਮੰਨਿਆ ਜਾਂਦਾ ਹੈ। ਪਰ ਜਿਹੜੀ ਦੂਸਰੀ ਬਿਰਤੀ ਹੈ, ਜਿਹੜੀ ਦਾਨਵ ਬਿਰਤੀ ਹੈਗੀ ਆ, ਰਾਖਸ਼ ਬਿਰਤੀ ਹੈਗੀ, ਦੈਂਤ ਬਿਰਤੀ ਹੈ, ਇਸ ਬਿਰਤੀ ਦੇ ਅੰਦਰ ਤਮੋ ਗੁਣ ਅਤੇ ਰਜੋ ਗੁਣ, ਇਹਦਾ ਸੁਮੇਲ ਜਿਹੜਾ ਹੈ ਨਾ, ਇਹ ਪਹਿਲ ਦੇ ਆਧਾਰ 'ਤੇ ਪਾਇਆ ਜਾਂਦਾ ਹੈਗਾ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਇਹ ਚੀਜ਼ਾਂ ਦਾ ਜਿਹੜਾ ਨਾ ਖੁਲਾਸੇ ਹੈ, ਇੱਕ ਨਹੀਂ ਅਨੇਕਾਂ ਸ਼ਬਦਾਂ ਵਿੱਚ ਖੋਲ੍ਹ ਕੇ ਦੱਸਿਆ। ਜਿਵੇਂ ਅਸੀਂ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਜਾਣੀ ਕਿ ਇਸ ਦੇ ਦਰਸ਼ਨ ਕਰ ਲੈਂਦੇ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾ ਗਿਆਨ ਖੰਡ ਦੇ ਵਿੱਚ ਸਾਨੂੰ ਇਸ ਚੀਜ਼ ਦਾ ਵਰਣਨ ਕੀਤਾ ਹੈਗਾ ਕਿ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ। ਇੱਥੇ ਵੀ ਜਿਹੜੇ ਹਨ ਜਿੱਥੇ ਦੇਵਾਂ ਦੀ ਗਿਣਤੀ ਆ, ਉਹਦੇ ਉਲਟ ਜਿਹੜੀ ਹੈ ਨਾ ਉਹ ਦਾਨਵਾਂ ਦੀ ਕੀਤੀ ਆ। ਅਗਰ ਕਲਗੀਧਰ ਮਹਾਰਾਜ ਦੀ ਬਾਣੀ ਦੇ ਦਰਸ਼ਨ ਕਰਦੇ ਹਾਂ ਤਾਂ ਮਹਾਰਾਜ ਵੀ ਲਿਖਦੇ ਆ ਕਿ ਦਾਨਵ ਦੇਵ ਪਿਸਾਚ ਪ੍ਰੇਤੇ ਨੇਤੇ ਨੇਤ ਕਹਾਏ। ਜਿੱਥੇ ਦੇਵ ਆ ਉੱਥੇ ਦਾਨਵ ਵੀ ਆ। ਭਾਵ ਕੀ ਆ, ਜਿਵੇਂ ਅਸੀਂ ਚੰਡੀ ਦੀ ਵਾਰ ਦੇ ਅਗਰ ਦਰਸ਼ਨ ਕਰਦੇ ਹਾਂ, ਉਹਦੇ ਵਿੱਚ ਸਾਨੂੰ ਇਸ ਚੀਜ਼ ਦਾ ਜਿਹੜਾ ਸਿੱਧੇ ਤੌਰ ਦੇ ਉੱਤੇ ਸਾਰੇ ਜਿਹੜੇ ਹੈ ਨਾ ਭੇਦ ਪਤਾ ਲੱਗ ਜਾਂਦਾ ਕਿ ਇਸ ਬ੍ਰਹਿਮੰਡ ਅੰਦਰ ਦੋ ਸ਼ਕਤੀਆਂ ਦਾ ਆਪਸ ਵਿੱਚ ਕਾਫੀ ਚਿਰ ਤੋਂ ਭੇੜ ਰਿਹਾ ਅਤੇ ਦੋਨਾਂ ਦੀ ਰਾਜ ਸੱਤਾ ਬਦਲੇ ਬੜੀ ਜਿਹੜੀ ਹੈ ਨਾ ਭਾਰੀ ਜੰਗ ਹੋਈ ਆ। ਇਹਦੇ ਵਿੱਚ ਜਿਹੜੇ ਸੀਗੇ ਇੱਕ ਬੰਨੇ ਦੇਵਤੇ, ਦੂਸਰੇ ਬੰਨੇ ਰਾਖਸ਼। ਇਹ ਦੋ ਜਿਹੜੀਆਂ ਹਨ ਸ਼ਕਤੀਆਂ ਇੱਕ ਦੂਜੇ ਦੇ ਵਿਪਰੀਤ ਸੀਗੀਆਂ, ਕਾਫੀ ਲੰਬੇ ਸਮੇਂ ਇੱਕ ਦੂਜੇ ਦੇ ਨਾਲ ਯੁੱਧ ਕਰਦੀਆਂ ਰਹੀਆਂ ਹੈ। ਇਸ ਤਰ੍ਹਾਂ ਅਸੀਂ ਅਗਰ ਯੁੱਗਾਂ ਦੀ ਗੱਲ ਕਰੀਏ ਤਾਂ ਤ੍ਰੇਤੇ ਯੁੱਗ ਦੇ ਅੰਦਰ ਵੀ ਜਦੋਂ ਭਗਵਾਨ ਰਾਮ ਜੀ ਆਏ ਆ, ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿੱਥੇ ਇੰਨੇ ਮਨੁੱਖਾਂ ਦੇ ਹੀ ਦੇ ਉੱਤੇ ਜਿਹੜਾ ਪਰਉਪਕਾਰ ਕੀਤੇ ਆ, ਅਤੇ ਉੱਥੇ ਜਿਹੜੇ ਦਾਨਵ ਬਿਰਤੀ ਵਾਲੇ ਆਦਮੀ ਸੀਗੇ ਉਹਨਾਂ ਦਾ ਵੀ ਹੈ ਨਾ ਰਾਮ ਜੀ ਨੇ ਸੰਘਾਰ ਕੀਤੇ ਆ। ਇਸੇ ਤਰ੍ਹਾਂ ਅਸੀਂ ਦੁਆਪਰ ਦੇ ਵਿੱਚ ਵੀ ਦੇਖਦੇ ਹਾਂ ਕਿ ਕਿਵੇਂ ਜਿਹੜਾ ਹੈ ਨਾ ਭੀਮ ਜੀ ਦੀ ਜਿਹੜਾ ਇੱਕ ਜ਼ਿਕਰ ਆਉਂਦਾ ਹੈਗਾ ਕਿ ਕਿਵੇਂ ਭੀਮ ਨੇ ਇੱਕ ਦੈਂਤ ਬਿਰਤੀ ਵਾਲੇ ਜਿਹੜਾ ਹੈ ਨਾ ਰਾਖਸ਼ ਸੀਗਾ, ਉਸ ਦਾ ਵੱਧ ਕੀਤਾ ਸੀਗਾ। ਪਰ ਇਹ ਜਿਹੜੀ ਯੁੱਧ ਘਟਨਾ ਸੀਗੀ, ਇਹ ਜਿਹੜਾ ਦਾਨਵ ਰਾਖਸ਼ ਸੀਗਾ ਉਹਦੀ ਭੈਣ ਖੜੀ ਜਿਹੜੀ ਹੈ ਨਾ ਉੱਤੇ ਚੜ੍ਹ ਕੇ ਦੇਖ ਰਹੀ ਸੀ। ਪਰ ਜਦੋਂ ਉਹਨੇ ਦੇਖਿਆ ਹੈਗਾ ਕਿ ਇੱਕ ਮਨੁੱਖਾਂ ਦੇ ਹੀ ਮਾਨਸ ਦੇ ਵਿੱਚ ਜਿਹੜੀ ਹੈ ਨਾ ਇੰਨੀ ਸ਼ਕਤੀ ਹੈਗੀ ਆ ਕਿ ਉਹਨੇ ਮੇਰੇ ਭਰਾ ਜਿਹੜਾ ਦਾਨਵ ਬਿਰਤੀ ਵਾਲਾ ਸੀਗਾ ਉਹਦਾ ਵੱਧ ਕਰ ਦਿੱਤਾ, ਤਾਂ ਫਿਰ ਉਸ ਰਾਖਸ਼ਣੀ ਨੇ ਭੀਮ ਦੇ ਨਾਲ ਹੈ ਨਾ ਸ਼ਾਦੀ ਵੀ ਕਰ ਲਈ ਸੀ, ਅਤੇ ਜਿਨ੍ਹਾਂ ਦੇ ਸੁਮੇਲ ਤੋਂ ਇੱਕ ਲੜਕਾ ਹੋਇਆ ਸੀਗਾ ਭੀਮ ਦਾ, ਜਿਹਨੇ ਇਸ ਮਹਾਭਾਰਤ ਦੇ ਯੁੱਧ ਦੇ ਅੰਦਰ ਜਿਹੜਾ ਸੀ ਉਹ ਕਹਿਰ ਜਾਂ ਉਹ ਤਰਥਲ ਮਚਾਇਆ ਸੀਗਾ ਕਿ ਇਸ ਨੂੰ ਰੋਕਣ ਵਾਸਤੇ ਫਿਰ ਕਰਨ ਨੇ ਇੱਕ ਜਿਹੜੀ ਸ਼ਕਤੀ ਖਾਸ ਕਰਕੇ ਅਰਜਨ ਨੂੰ ਮਾਰਨ ਵਾਸਤੇ ਰੱਖੀ ਸੀਗੀ, ਉਹ ਭੀਮ ਦੇ ਲੜਕੇ 'ਤੇ ਚਲਾਉਣੀ ਪਈ ਆ, ਅਤੇ ਤਾਂ ਜਾ ਕੇ ਫਿਰ ਭੀਮ ਦੇ ਲੜਕੇ ਦਾ ਜਿਹੜੀ ਸੀ ਉਹ ਮੌਤ ਹੋਈ ਸੀ। ਭਾਵ ਕਿ ਇੱਕ ਨਹੀਂ ਅਨੇਕ ਤਰ੍ਹਾਂ ਦੀਆਂ ਇਸ ਤਰ੍ਹਾਂ ਸਾਨੂੰ ਕਿੱਸੇ ਕਹਾਣੀਆਂ ਜਿਹੜੀਆਂ ਸਹਿਜ 'ਚ ਪ੍ਰਾਪਤ ਹੋ ਜਾਂਦੀਆਂ। ਅਗਰ ਪ੍ਰਹਲਾਦ ਭਗਤ ਦੀ ਗੱਲ ਕਰੀਏ ਤਾਂ ਉਹਦੇ ਪਿਤਾ ਹਰਨਾਕਸ਼, ਉਹ ਵੀ ਦੈਂਤ ਬਿਰਤੀ ਵਾਲੇ ਪੈਦਾ ਹੋਏ ਆ। ਇਸੇ ਤਰ੍ਹਾਂ ਕੰਸ ਦੀ ਗੱਲ ਕਰੀਏ, ਉਹ ਵੀ ਦੈਂਤ ਬਿਰਤੀ ਵਾਲੇ ਪੈਦਾ ਹੋਏ ਆ। ਇਸੇ ਤਰ੍ਹਾਂ ਅਗਰ ਆਪਾਂ ਰਾਵਣ ਦੀ ਗੱਲ ਕਰਦੇ ਹਾਂ, ਉਹ ਵੀ ਦੈਂਤ ਬਿਰਤੀ ਵਾਲੇ। ਇਸੇ ਤਰ੍ਹਾਂ ਅਗਰ ਆਪਾਂ ਥੋੜ੍ਹੀ ਜਿਹੀ ਨਾ ਸੰਸਾਰ ਦੀ ਅੱਜ ਕੱਲ੍ਹ ਦੀ ਗੱਲ ਕਰਦੇ ਹਾਂ ਕਿ ਇਹ ਜਿਹੜੀ ਦੈਂਤ ਬਿਰਤੀ ਵਾਲੀ ਦੁਨੀਆ ਹੈਗੀ ਆ, ਇਹ ਅੱਜ ਵੀ ਜਿਹੜੀ ਹੈ ਨਾ ਇਸੇ ਸਤ੍ਹਾ 'ਤੇ ਇਸੇ ਧਰਤੀ 'ਤੇ ਮੌਜੂਦ ਰਹਿੰਦੀ 24 ਘੰਟੇ ਅੱਠੇ ਪੈਰ। ਜਿਵੇਂ ਅਸੀਂ ਇਨਸਾਨਾਂ 'ਚ ਦੇਖਦੇ ਹਾਂ ਕਿ ਇਹ ਦੈਂਤ ਬਿਰਤੀ ਵਾਲੇ ਵੀ ਇਨਸਾਨ ਜਿਹੜੇ ਹਨ ਇਹ ਵੀ ਦੂਸਰੇ ਇਨਸਾਨਾਂ ਵਰਗੇ ਹੀ ਰਹਿੰਦੇ ਆ, ਉਹਨਾਂ ਵਾਂਗੂ ਖਾਂਦੇ ਪੀਂਦੇ ਆ, ਤੁਰਦੇ ਫਿਰਦੇ, ਸਭ ਕੁਛ ਹੈ। ਲੇਕਿਨ ਗੱਲ ਇਹ ਹੈ ਕਿ ਇਹਨਾਂ ਦੇ ਹੈ ਨਾ ਵਰਤਾਰੇ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈਗਾ। ਜਿਹੜੇ ਸਤਗੁਣੀ ਬਿਰਤੀ ਵਾਲੇ ਦੇਵ ਪੁਰਸ਼ ਹੁੰਦੇ ਆ, ਉਹ ਤਾਂ ਇਸ ਸੰਸਾਰ ਦੀ ਭਲਾਈ ਕਰਕੇ ਉਸ ਤੋਂ ਬਾਅਦ ਫਿਰ ਹੈ ਨਾ ਆਪਣੇ ਜੀਵਨ ਦੀ ਲੀਲਾ ਸਮਾਪਤ ਕਰਕੇ ਵਾਪਸ ਉਹ ਰੂਹਾਂ ਜਿਹੜੀਆਂ ਹਨ ਕਿਸੇ ਉੱਚੇ ਮੰਡਲ ਵੱਲ ਚਲੀਆਂ ਜਾਂਦੀਆਂ।
ਪਰ ਇਹ ਜਿਹੜੇ ਦਾਨਵ ਬਿਰਤੀ ਵਾਲੇ ਇਨਸਾਨ ਹੁੰਦੇ ਆ, ਇਹ ਸੰਸਾਰ ਦੇ ਵਿੱਚ ਅਪੱਦਰ, ਲੜਾਈ ਝਗੜੇ ਤੇ ਪਤਾ ਨਹੀਂ ਕੀ ਕੁਛ ਪੈਦਾ ਕਰਕੇ ਅਖੀਰ ਜਦ ਉਹ ਜਿਹੜੇ ਹੈ ਮਰਦੇ ਆ ਤਾਂ ਉਹਨਾਂ ਦੀ ਰੂਹ ਫਿਰ ਨਰਕਾਂ ਦੇ ਵਿੱਚ ਚਲੀ ਜਾਂਦੀ ਆ। ਸੋ ਇਹ ਜਿਹੜੇ ਹੈ ਖੁਲਾਸੇ ਹੈਗੇ ਇੱਕ ਨਹੀਂ ਅਨੇਕ ਜਗ੍ਹਾ ਸਾਨੂੰ ਸਧਾਰਨ ਤੌਰ 'ਤੇ ਮਿਲ ਜਾਂਦੇ ਆ। ਪਰ ਅਸਲ ਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਕਿਸੇ ਵੀ ਚੀਜ਼ ਦਾ ਕਦੀ ਵੀ ਬੀਜ ਨਾਸ ਨਹੀਂ ਹੁੰਦਾ ਹੈ। ਜਿਵੇਂ ਪਰਮੇਸ਼ਰ ਨੇ 84 ਲੱਖ ਜੂਨ ਬਣਾਈ ਆ, ਹੁਣ 84 ਲੱਖ ਜੂਨਾਂ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਹਰੇਕ ਜੂਨ ਦੀ ਸੱਤਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਖੜੀ ਰਹਿੰਦੀ ਹੈ। ਇਸੇ ਤਰ੍ਹਾਂ ਇਹ ਜਿਹੜੀ ਦਾਨਵ ਬਿਰਤੀ ਹੈਗੀ ਆ, ਇਹ ਦਾਨਵ ਬਿਰਤੀ ਜਿਹੜੀ ਹੈ ਇਹ ਅੱਜ ਵੀ ਇਸ ਧਰਤੀ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੜੀ ਰਹਿੰਦੀ ਹੈ। ਲੇਕਿਨ ਇਹ ਜਿਹੜਾ ਉਹਨਾਂ ਦੀ ਸੱਤਾ ਹੈਗੀ ਆ, ਇਹ ਤਾਂ ਖਾਸ ਕਰਕੇ ਨਾਮ ਅਭਿਆਸੀ ਜਾਣਦੇ ਆ। ਜਿਵੇਂ ਮਹਾਰਾਜ ਨੇ ਜਿਹੜਾ ਸਾਨੂੰ ਕਲਗੀਧਰ ਮਹਾਰਾਜ ਨੇ ਇਸ ਚੀਜ਼ ਦੇ ਦਰਸ਼ਨ ਕਰਾਏ ਆ ਕਿ ਦਾਨਵ ਦੇਵ ਪਿਸਾਚ ਪ੍ਰੇਤੇ ਨੇਤੇ ਨੇਤ ਕਹਾਏ, ਕਿ ਦਾਨਵ ਦੈਂਤ ਦੇਵਤੇ ਪਿਸਾਚ ਭਾਵ ਕੀ ਆ ਭੂਤ ਪ੍ਰੇਤ, ਇਹ ਜਿਹੜੀਆਂ ਰੂਹਾਂ ਹੈਗੀਆਂ ਇਹਨਾਂ ਨੇ ਵੀ ਪਰਮੇਸ਼ਰ ਨੂੰ ਬਿਆੰਤ ਆਖਿਆ ਹੈ। ਪਰ ਅਗਰ ਅਸੀਂ ਸਿੱਧੇ ਤੌਰ 'ਤੇ ਦੇਖੀਏ ਤਾਂ ਇਹ ਰੂਹਾਂ ਸਾਨੂੰ ਇਸ ਤਰ੍ਹਾਂ ਜਿਹੜੀਆਂ ਦਿਖਾਈ ਨਹੀਂ ਦਿੰਦੀਆਂ, ਪਰ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਕਿਸੇ ਨਾ ਕਿਸੇ ਇਸੇ ਹਾਲਤ ਦੇ ਵਿੱਚ ਜਿਹੜੀਆਂ ਇਸ ਧਰਤੀ 'ਤੇ ਰਹਿੰਦੀਆਂ ਹੈਗੀਆਂ ਅਤੇ ਜਿਨ੍ਹਾਂ ਨੂੰ ਪਛਾਣਨ ਵਾਸਤੇ ਬਹੁਤ ਗਹਿਰੀ ਅੱਖ ਦੀ ਲੋੜ ਹੈ। ਇਹ ਅੱਖ ਜਿਹਨੂੰ ਅਸੀਂ ਦਿਵ ਦ੍ਰਿਸ਼ਟੀ ਵਾਲੇ ਨੇਤਰ ਆਖਦੇ ਹਾਂ, ਇਹ ਦਿਵ ਦ੍ਰਿਸ਼ਟੀ ਵਾਲੇ ਨੇਤਰ ਹੀ ਇਹਨਾਂ ਦਾ ਅਸਲੀ ਰੂਪ ਪਛਾਣ ਸਕਦੇ ਆ। ਸੋ ਕਹਿਣ ਤੋਂ ਭਾਵ ਇੱਕ ਹੈਗੀ ਆ ਕਿ ਇਹਨਾਂ ਦੀ ਜਿਹੜੀ ਹੋਂਦ ਹੈਗੀ ਸਦਾ ਹੀ ਰਹਿੰਦੀ ਹੈ। ਇਹ ਨਹੀਂ ਕੋਈ ਕਹਿ ਸਕਦਾ ਕਿ ਇਸ ਧਰਤੀ 'ਤੇ ਇਹ ਚੀਜ਼ ਨਹੀਂ ਹੁੰਦੀ। ਇਸੇ ਚੀਜ਼ ਨੂੰ ਸਮਝਾਉਣ ਦਾ ਜਿਹੜਾ ਯਤਨ ਕੀਤਾ ਜਾਂਦਾ ਹੈਗਾ ਕਿ ਜੋ ਵਾਹਿਗੁਰੂ ਜੀ ਨੇ ਬਣਾਇਆ ਅਗਰ 84 ਲੱਖ ਜੂਨਾਂ ਦੇ ਵਿੱਚ, ਇਹ 84 ਲੱਖ ਜੂਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਹੋਂਦ ਆ ਜਾਂ ਬੀਜ ਹੈਗਾ ਇਹ ਸਦਾ ਸਲਾਮਤ ਰਹਿੰਦਾ ਹੈਗਾ। ਚਾਹੇ ਉਹ ਹੋਂਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣਾ ਰੂਪ ਪਰਿਵਰਤਨ ਕਿਉਂ ਨਹੀਂ ਕਰਕੇ ਰਹਿ ਰਹੀ, ਪਰ ਜਦ ਸਮਾਂ ਆਉਂਦਾ ਹੈ ਫਿਰ ਇਹ ਚੀਜ਼ਾਂ ਆਪਣੇ ਫਿਰ ਸਿੱਧੇ ਪ੍ਰਤੱਖ ਰੂਪ ਦੇ ਵਿੱਚ ਪ੍ਰਗਟ ਹੋ ਜਾਂਦੀਆਂ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਜਿਵੇਂ ਅੱਜ ਕੱਲ੍ਹ ਸਾਇੰਸ ਦਾ ਯੁੱਗ ਹੈਗਾ ਕਿ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਜਿਹੜੇ ਅੰਨ ਦੇ ਦਾਣੇ ਆ ਜਾਂ ਦੇਹੀ ਆ ਜਾਂ ਕੋਈ ਵੀ ਚੀਜ਼ ਆ ਉਹਦੇ ਵਿੱਚ ਬੈਕਟੀਰੀਆ ਜਿਹੜੇ ਜੀਵ ਜੰਤੂ ਆ ਉਹ ਸਧਾਰਨ ਤੌਰ 'ਤੇ ਪਾਏ ਜਾਂਦੇ ਆ। ਪਰ ਆਮ ਕਰਕੇ ਇਨਸਾਨੀ ਅੱਖ ਦੇ ਨਾਲ ਇਹ ਚੀਜ਼ ਨਜ਼ਰ ਨਹੀਂ ਆਉਂਦੀ ਹੈ। ਪਰ ਜਦੋਂ ਉਹਨਾਂ ਨੂੰ ਉਹ ਵਾਤਾਵਰਨ ਮਿਲ ਜਾਂਦਾ ਹੈਗਾ, ਜਿਵੇਂ ਅਗਰ ਗਰਮੀ ਮਿਲ ਗਈ ਹੈਗੀ ਆ, ਜਦ ਇਹਨਾਂ ਨੂੰ ਗਰਮੀ ਮਿਲਦੀ ਆ ਜਾਂ ਕਣਕ ਹੈਗੀ ਕੋਈ ਚੀਜ਼ ਹੈ, ਜਦੋਂ ਉਹਨਾਂ ਨੂੰ ਉਹ ਵਾਤਾਵਰਨ ਮਿਲ ਜਾਂਦਾ ਹੈ ਅਤੇ ਕਣਕ ਦੇ ਅੰਦਰ ਜਿਹੜੇ ਜੀਵ ਆ ਜਿਹੜੇ ਸਾਨੂੰ ਅੱਖ ਨਾਲ ਦਿਖਾਈ ਨਹੀਂ ਦਿੰਦੇ ਉਹ ਸਮਾਂ ਪਾ ਕੇ ਫਿਰ ਸੁਸਰੀ ਬਣ ਕੇ ਸਿੱਧੇ ਤੌਰ 'ਤੇ ਪ੍ਰਤੱਖ ਪ੍ਰਗਟ ਹੋ ਜਾਂਦੇ। ਇਸੇ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਰੂਹਾਂ ਹੁੰਦੀਆਂ ਜਿਹੜੀਆਂ ਦੇਵ ਦਾਨ ਪਿਸਾਚ ਪ੍ਰੇਤ ਪਰੀਆਂ ਯਾਨੀ ਜੋ ਵੀ ਕੁਛ ਅਦ੍ਰਿਸ਼ ਚੀਜ਼ਾਂ ਹੈਗੀਆਂ ਜਦੋਂ ਇਹਨਾਂ ਦਾ ਜਿਹੜਾ ਸਮਾਂ ਬਣਦਾ ਹੈ, ਜਦੋਂ ਇਹਨਾਂ ਦੇ ਹਾਲਾਤ ਇਹਨਾਂ ਦੇ ਅਨੁਕੂਲ ਹੋ ਜਾਂਦੇ ਫਿਰ ਇਹ ਚੀਜ਼ਾਂ ਪ੍ਰਤੱਖ ਪ੍ਰਗਟ ਹੋ ਜਾਂਦੀਆਂ। ਅਤੇ ਜਦ ਤੱਕ ਹਾਲਾਤ ਇਹਨਾਂ ਦੇ ਅਨੁਕੂਲ ਨਹੀਂ ਹੁੰਦੇ ਤਾਂ ਕਿਸੇ ਨਾ ਕਿਸੇ 'ਚ ਐਸੀ ਗੈਬੀ ਰੂਹ ਦੇ ਵਿੱਚ ਜਾਂ ਐਸੇ ਗੈਬੇ ਗੁਪਤ ਤਰੀਕੇ ਨਾਲ ਇਹ ਚੀਜ਼ਾਂ ਫਿਰ ਵੀ ਇਸ ਧਰਤੀ ਦੇ ਵਿੱਚ ਜਿਉਂਦੀਆਂ ਤਿਉਂ ਵਿਚਰਦੀਆਂ ਰਹਿੰਦੀਆਂ ਹੈ। ਇਸੇ ਤਰ੍ਹਾਂ ਦੀ ਇੱਕ ਵਿਚਿੱਤਰ ਘਟਨਾ ਜੋ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰ ਰਿਹਾ ਹੈ ਉਹ ਹੈ ਸਰਦਾਰ ਹਰਭਜਨ ਸਿੰਘ ਜੀ ਸੋਢੀ ਜੀ ਦੇ। ਹੁਣ ਸਰਦਾਰ ਹਰਭਜਨ ਸਿੰਘ ਸੋਢੀ ਜੀ ਦੇ ਜੀਵਨ ਦੀ ਇੱਕ ਵਿਚਿੱਤਰ ਘਟਨਾ ਜਿਹੜੀ ਹੈਗੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਉਹ ਦੱਸਦੇ ਸੀਗੇ ਕਿ ਇੱਕ ਵਾਰ ਜਦੋਂ ਨੌਕਰੀ ਤੋਂ ਰਿਟਾਇਰ ਹੋਏ ਆ, ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦਾ ਇੱਕ ਕੋਈ ਮੁਸਲਮਾਨ ਓਵਰਸੀਅਰ ਸੀਗਾ ਜਿਹੜਾ ਓਵਰਸੀਅਰ ਦਾ ਕੰਮ ਕਰਦਾ ਸੀਗਾ, ਉਹਦੇ ਨਾਲ ਮਿੱਤਰਤਾ ਪਈ ਕਿਸੇ ਕਾਰਜ ਦੇ ਵਿੱਚ। ਜਦ ਮਿੱਤਰਤਾ ਪਈ ਕਿਸੇ ਕਾਰਜ ਦੇ ਵਿੱਚ ਤਾਂ ਉਹ ਜਿਹੜਾ ਮੁਸਲਮਾਨ ਓਵਰਸੀਅਰ ਸੀਗਾ ਉਹ ਦਿਓਬੰਦ ਯੂਨੀਵਰਸਿਟੀ ਦੇ ਵਿੱਚ ਪੜ੍ਹ ਕੇ ਆਇਆ ਸੀਗਾ ਅਤੇ ਕਹਿੰਦੇ ਫਿਰ ਉਹਨੇ ਮੇਰੇ ਨਾਲ ਇਹ ਵਿਚਾਰ ਕੀਤੀ ਆ ਕਿ ਮੈਂ ਜਿਸ ਯੂਨੀਵਰਸਿਟੀ ਦਿਓਬੰਦ ਯੂਨੀਵਰਸਿਟੀ 'ਚ ਪੜ੍ਹ ਕੇ ਆਇਆ ਉੱਥੇ ਇੱਕ ਗੱਲ ਬੜੀ ਮਸ਼ਹੂਰ ਆ ਉਸ ਯੂਨੀਵਰਸਿਟੀ ਦੇ ਅੰਦਰ। ਫਿਰ ਸੋਢੀ ਸਾਹਿਬ ਨੇ ਪੁੱਛਿਆ ਸੀ ਵੀ ਉਹ ਦੱਸੋ ਵੀ ਉਹ ਕਿਹੜੀ ਗੱਲ ਐਸੀ ਜਿਹੜੀ ਮਸ਼ਹੂਰ ਹੈ। ਉਹ ਕਹਿਣ ਲੱਗਾ ਕਿ ਉਸ ਯੂਨੀਵਰਸਿਟੀ ਦੇ ਅੰਦਰ ਜਿਹੜੇ ਦੈਂਤ ਹੈਗੇ ਆ, ਦਾਨਵ ਜਾਂ ਦਿਓ ਹੈਗੇ ਆ, ਉਹ ਇਨਸਾਨੀ ਰੂਪ ਧਾਰ ਕੇ ਉਸ ਯੂਨੀਵਰਸਿਟੀ 'ਚ ਪੜ੍ਹਾਈ ਕਰਦੇ ਆ। ਜਦੋਂ ਕਹਿੰਦੇ ਉਹ ਮੁਸਲਮਾਨ ਓਵਰਸੀਅਰ ਨੇ ਮੈਨੂੰ ਇਹ ਗੱਲ ਦੱਸੀ ਅਤੇ ਸੋਢੀ ਸਾਹਿਬ ਕਹਿਣ ਲੱਗੇ ਪਹਿਲਾਂ ਤਾਂ ਮੈਂ ਇਹ ਗੱਲ ਸੁਣ ਕੇ ਉਹਦੀ ਮੂਰਖਤਾ 'ਤੇ ਬੜਾ ਹੱਸਿਆ ਕਿ ਇਹ ਕਿਵੇਂ ਹੋ ਸਕਦਾ ਹੈਗਾ। ਫਿਰ ਕਹਿੰਦੇ ਜਦੋਂ ਓਵਰਸੀਅਰ ਕਹਿਣ ਲੱਗੇ ਕਿ ਮੈਂ ਉਸ ਯੂਨੀਵਰਸਿਟੀ ਦੇ ਵਿੱਚ ਪੜ੍ਹ ਚੁੱਕਾ ਹੈਗਾ ਅਤੇ ਉਸ ਯੂਨੀਵਰਸਿਟੀ ਦੇ ਗੁਪਤ ਭੇਦਾਂ ਨੂੰ ਮੈਂ ਜਾਣਦਾ ਹੈਗਾ ਅਤੇ ਲੇਕਿਨ ਇਹ ਮੰਨੀ ਪ੍ਰਮੰਨੀ ਸੱਚਾਈ ਆ। ਅਗਰ ਇਹ ਸੱਚਾਈ ਤੁਸੀਂ ਜਿਹੜਾ ਨਾ ਵੀ ਮੰਨੋਗੇ
पर मैं ये सच्चाई जिहड़ी है ना ये तुहाडे सामने बिल्कुल साफ अखरां ते विच जिहड़ी है ना रख दित्ती आ। ते जे मैं सच्चाई ना साफ अखरां 'च रखां तो फिर मैं सच्चा मुसलमान नहीं है। कहते जब इस तरह की उस ओवरसीयर ने मेरे नाल जिहड़ी गल साझी कीती तो फिर कहते मैनूं पता सीगा कि जिहड़ी दिओबंद यूनीवर्सिटी हैगी आ ये यूनीवर्सिटी जिहड़ी है ये अरब दुनिया के जिन्ने भी देश है ना उन्हां दे विचों ये यूनीवर्सिटी 2 नंबर ते आ। क्योंकि पहली जिहड़ी यूनीवर्सिटी वो अफ्रीका दे विच आ जिहनूं कैरो यूनीवर्सिटी कहंदे आ वो 1 नंबर ते आ। पर फिर भी कहंदे मेरे मन विच ये सीगा कि किसी भी चीज़ के उत्ते जिहड़ा है ना सुन के जां उह ते यकीन कर लेना जां ना यकीन कर लेना कहंदे भी ये गल जिहड़ी सी मैनूं चंगी नहीं सी लगदी। पर मैं चाहुंदा सीगा कि जद तक मैं चीज़ नूं अपनी अखीं ना देख रहा है ना तद तक मैं किसी भी नतीजे ते पहुँच नहीं सकदा हैगा। सो कहंदे कुदरती कुछ साल जद लंघे आ कुछ समा जिहड़ा सीगा इस तरह का बनया हैगा कि पुरकाजी एक इलाका पिंड वा जिला मुजफ्फरपुर नगर के अंदर तो ਉਹਦੇ ਇਲਾਕੇ ਦੇ ਵਿੱਚ ਕਹਿੰਦੇ ਮੇਰੀ ਜਿਹੜੀ ਨਾ ਵੱਡੀ ਲੜਕੀ ਸੀ ਉਹ ਵਿਆਹੀ ਹੋਈ ਸੀਗੀ ਇਸ ਇਲਾਕੇ ਦੇ ਵਿੱਚ। ਤੇ ਕੁਦਰਤੀ ਕਹਿੰਦੇ ਉੱਥੇ ਸਬੱਬ ਬਣਿਆ ਹੈਗਾ ਕਿ ਉੱਥੇ ਇੱਕ ਨਾ ਸ਼ਾਦੀ ਦਾ ਪ੍ਰੋਗਰਾਮ ਸੀਗਾ। ਸ਼ਾਦੀ ਦੇ ਸਿਲਸਿਲੇ ਦੇ ਪ੍ਰੋਗਰਾਮ ਦੇ ਵਿੱਚ ਕਹਿੰਦੇ ਮੈਂ ਉਸ ਇੱਥੇ ਜਿਹੜਾ ਸੀ ਮੁਜ਼ੱਫਰਪੁਰ ਜ਼ਿਲ੍ਹੇ ਦੇ ਵਿੱਚ ਜਦ ਗਿਆ ਹੈਗਾ ਤੇ ਕਹਿੰਦੇ ਇਹ ਸ਼ਾਦੀ ਦਾ ਪ੍ਰੋਗਰਾਮ ਨਿਪਟਾ ਕੇ ਫਿਰ ਮੈਂ ਆਪਣੇ ਜਿਹੜੇ ਮੇਰੇ ਕੁੜਮ ਸੀਗੇ ਮੈਂ ਉਹਨਾਂ ਨਾਲ ਗੱਲ ਕੀਤੀ ਆ कि इत्थे एक दिओबंद यूनीवर्सिटी हैगी आ तो उहदे यूनीवर्सिटी के अंदर है ना एक मैं अजीब गल सुनी आ कि इस यूनीवर्सिटी के अंदर जिहड़े दिओ दैंत हैगे इंसान का रूप लैके पढ़ाई करते हैं। पर कहंदे मेरे कुड़माचार जिहड़े सीगे मैनूं कहण लगे आ कि सरदार जी दरअसल गल एक है कि असीं तां इहदे बारे बिल्कुल नहीं जानते पर अगर इस तरह की भी कोई गल है तुसीं यूनीवर्सिटी ने जाओ क्योंकि उस यूनीवर्सिटी विच किसी भी आम बाहरले आदमी का जिहड़ा ना दाखला हैगा वो बिल्कुल नहीं हुंदा हैगा। तो दूसरी गल ये है अगर तुसीं जानना चाहुंदे हो तो असीं तुहानूं यूनीवर्सिटी जाण दी लोड़ नहीं क्योंकि तुहाडी इस गल दी खलासी है ना तुहानूं असीं इत्थे करा दिंदे हां। खैर कहंदे जिहड़े मेरे कुड़म सीगे वो मैनूं एक बूटां दी दुकान ते लै गए तो उस बूटां दी दुकान दे उत्ते जिहड़ा बूटां दा मालिक सीगा जद कहंदे उहदे नाल गलबात होई तो कहण लगा कि मैं भी है ना इस यूनीवर्सिटी 'च पढ़ के आया तो ये गल बिल्कुल है ना सच्ची हैगी आ। जदों कहंदे उन्हें भी इस गल ते मोहर लाती फिर सोडी साहब कहण लगे कि मेरे अंदर होर भी इस चीज़ का जिहड़ा सीगा वो जोश भरिया भी क्यों ना अखी जाके देखा। खैर कहंदे भी ये जिहड़ी सीगी यूनीवर्सिटी उत्थों 20 किलोमीटर दूर सीगी ते मेरे वास्ते स्कूटर ते आउणा जाना कोई मुश्किल नहीं सीगा। इस करके कहंदे भी मैं 11 बजे है ना जिहड़ी सी यूनीवर्सिटी उधर नूं कहंदे तुर पिया। जद कहंदे 11 बजे यूनीवर्सिटी स्कूटर ते जद गया जद यूनीवर्सिटी दे लागे आया मैं की देखा एक मुल्ला ਜਿਹੜੇ ਸੀਗੇ ਉਹ ਆਪਣੇ ਕੱਛ ਦੇ ਵਿੱਚ ਜਿਹੜੀ ਹੈ ਨਾ ਕੁਰਾਨ ਸ਼ਰੀਫ ਲੈ ਕੇ ਕਹਿੰਦੇ ਜਿਹੜੇ ਸੀਗੇ ਉਹ ਸੜਕ ਵੱਲ ਨੂੰ ਆ ਰਹੇ ਸੀ। ਪਰ ਸੋਢੀ ਸਾਹਿਬ ਕਹਿਣ ਲੱਗੇ ਕਿ ਮੈਂ ਸਮਝਿਆ ਵੀ ਸ਼ਾਇਦ ਇਹ ਯੂਨੀਵਰਸਿਟੀ ਦੇ ਵਿੱਚ ਹੈ ਨਾ ਕੋਈ ਟੀਚਰ ਪ੍ਰੋਫੈਸਰ ਲੱਗੇ ਆ। ਫਿਰ ਕਹਿੰਦੇ ਮੈਂ ਆਪਣਾ ਸਕੂਟਰ ਇੱਕ ਪਾਸੇ ਖੜਾ ਕਰਕੇ ਪਹਿਲਾਂ ਤਾਂ ਉਸ ਮੁੱਲੇ ਨੂੰ ਸਲਾਮ ਦੁਆ ਕੀਤੀ। ਸਲਾਮ ਦੁਆ ਕਰਨ ਤੋਂ ਬਾਅਦ ਕਹਿੰਦੇ ਫਿਰ ਮੈਂ ਉਹਨੂੰ ਪੁੱਛਿਆ ਵੀ ਕੀ ਆ ਜਿਹੜੀ ਤੁਹਾਡੀ ਜਿਹੜੀ ਯੂਨੀਵਰਸਿਟੀ ਹੈ ਵੀ ਇਹਦੇ ਵਿੱਚ ਦਿਓ ਪੜ੍ਹਦੇ ਆ। जद कहते भी मैं मुल्ले नूं ये गल की तो कहते मुल्ले ने मेरे वाल बड़ी हैरानी नाल देखा देख के मैनूं कहते सीधे तौर पर कहण लगा कहता भी तुहाडा उन्हां दे नाल की वास्ता हैगा। जद कहते इन्नी गल होई आ तो कहते मैं उन्होंने कहा हैगा कि मैं आप अखीं देखना चाहुंदा हैगा कि उस यूनीवर्सिटी दे विच इस तरह सच्ची दिओ पढ़दे आ। तो कहते मुल्ला कहण लगा कि भी गल दरअसल गल एक हैगी आ कि पहली गल तो यूनीवर्सिटी बंद हैगी आ दूसरी गल उत्थे तुहानूं किसी ने अंदर दाखल होण नहीं देना। तो पर कहते मैं तेनों इन्ना दस दिंदा कि इस यूनीवर्सिटी दे विच जिन्ने भी बच्चे पढ़ते आ उन्हां कोल कोई फीस नहीं लई जाती किताबां दा खर्चा नहीं लिया जाता रहायश कपड़े जानी हरेक चीज़ उत्थे ना फ्री हैगी आ। तो ये जिहड़ा यूनीवर्सिटी आ कहते उस मुल्ले मैनूं ये भी दस्सिया सीगा कि इहदा जिहड़ा ना रोज़ का खर्चा हैगा ये 1 लाख रुपया रोज़ आउंदा हैगा। तो 1 लाख रुपये का खर्चा जिहड़ा हैगा इस यूनीवर्सिटी का ये मुसलमान मुल्क है ना उन्हां दी सहायता दे नाल चलदा हैगा। पर कहंदे जदों मैं जिहड़ी असली गल सीगी जिहड़ी मुल्ले नूं पुछना चाहुंदा सीगा कहंदे मुल्ला जिहड़ा सीगा मैनूं वो दस्सण वास्ते राजी नहीं सीगा। खैर कहंदे वो मैनूं बार बार यही कह रहा सीगा कि तुहाडा जिहड़े दिओ रहिंदे उन्हां नाल की वास्ता की संबंध हैगा। ते कहंदे खैर कहंदे मैं अपनी गल ना पूरी हुंदी देख के मुल्ले नूं कहंदे घुमा के गल कहती आ कि दरअसल गल एक है कि मैं चंडीगढ़ तो आया तो चंडीगढ़ एक लड़की हैगी आ जिन्हों है ना बाहरली प्रेतां दी कसर हैगी आ। मैं उस सिलसिले दे विच ना उत्थे गल करनी चाहुंदा हैगा।
ਜਦ ਇੰਨੀ ਗੱਲ ਕਹੀ ਤੇ ਕਹਿੰਦੇ ਮੁੱਲਾ ਮੈਨੂੰ ਕਹਿਣ ਲੱਗਾ ਵੀ ਇਹ ਕੰਮ ਤਾਂ ਮੈਂ ਹੀ ਕਰ ਦਿੰਦਾ ਹੈਗਾ। ਬਸ ਇਹ ਕਹਿ ਕੇ ਕਹਿੰਦੇ ਉਹਨੇ ਇੱਕ ਧਾਗਾ ਕੱਢਿਆ, ਇੱਕ ਮੈਨੂੰ ਨਕਸ਼ ਦੇ ਦਿੱਤਾ ਤੇ ਕਹਿੰਦੇ ਉਹਦੇ ਬਰਤਨ ਦੀ ਵਿਧੀ ਵੀ ਦੱਸ ਦਿੱਤੀ। ਜਦ ਕਹਿੰਦੇ ਉਹ ਮੈਂ ਧਾਗਾ, ਨਕਸ਼ ਤੇ ਉਹਦੀ ਬਰਤਨ ਦੀ ਵਿਧੀ ਜਿਹੜੀ ਮੁੱਲੇ ਤੋਂ ਲਈ। ਪਰ ਜਦ ਮੈਂ ਸਕੂਟਰ ਲੈ ਕੇ ਥੋੜ੍ਹਾ ਕਹਿੰਦੇ ਮੈਂ ਨਾਟਕੀ ਢੰਗ ਦੇ ਨਾਲ ਬਾਹਰ ਨਿਕਲਿਆ, ਪਰ ਜਦੋਂ ਮੈਂ ਦੇਖਿਆ ਵੀ ਮੁੱਲਾ ਜਿਹੜਾ ਹੈ ਨਾ ਯੂਨੀਵਰਸਿਟੀ ਇੱਕ ਪਾਸੇ ਚਲੇ ਗਿਆ ਹੈਗਾ, ਮੈਂ ਵਾਪਸ ਫਿਰ ਯੂਨੀਵਰਸਿਟੀ ਆਇਆ। ਜਦ ਕਹਿੰਦੇ ਮੈਂ ਵਾਪਸ ਯੂਨੀਵਰਸਿਟੀ ਆਇਆ ਅਤੇ ਮੈਂ ਜਿਹੜੀ ਹੈ ਨਾ ਬੜੀ ਨਜ਼ਰ ਮਾਰੀ ਯੂਨੀਵਰਸਿਟੀ ਵੱਲ। ਜਦ ਦੇਖਿਆ ਤਾਂ ਮੈਨੂੰ ਉੱਥੇ ਹੈ ਨਾ 2 ਜਿਹੜੇ ਆਦਮੀ ਸੀਗੇ ਯੂਨੀਵਰਸਿਟੀ ਦੇ ਦਰਵਾਜ਼ੇ ਦੇ ਨਾਲ ਟਹਿਲਦੇ ਦਿਖਾਈ ਦਿੱਤੇ। ਖੈਰ ਕਹਿੰਦੇ ਮੈਂ ਸਕੂਟਰ ਖੜ੍ਹਾ ਕੀਤਾ। ਇਹ ਜਿਹੜੇ 2 ਬਸ਼ਿੰਦੇ ਸੀਗੇ ਕਹਿੰਦੇ ਮੈਨੂੰ ਬਾਹਰਲੇ ਮੁਲਕ ਦੇ ਲੱਗਦੇ ਸੀਗੇ। ਕਹਿੰਦੇ ਮੈਂ ਇਹਨਾਂ ਦੇ ਨਾਲ ਜਾ ਕੇ ਜਦ ਸਲਾਮ ਜਵਾਬ ਦੁਆ ਕੀਤੀ ਆ, ਕਹਿੰਦੇ ਸਲਾਮ ਦੁਆ ਕਰਨ ਤੋਂ ਬਾਅਦ ਕਹਿੰਦੇ ਮੈਂ ਇਹਨਾਂ ਨੂੰ ਇਹ ਦੱਸਿਆ ਕਿ ਮੈਂ ਚੰਡੀਗੜ੍ਹੋਂ ਆਇਆ ਅਤੇ ਇਹ ਯੂਨੀਵਰਸਿਟੀ ਦੇਖਣੀ ਚਾਹੁੰਦਾ ਹੈਗਾ। ਖੈਰ ਕਹਿੰਦੇ ਇਹ 2 ਲੜਕਿਆਂ ਨੇ ਮੈਨੂੰ ਹੈ ਨਾ ਉਹ ਯੂਨੀਵਰਸਿਟੀ 'ਤੇ ਜਿਹੜੀ ਹੈ ਨਾ ਉਹ ਦਿਖਾਉਣੀ ਸ਼ੁਰੂ ਕਰ ਦਿੱਤੀ। ਅਤੇ ਇਸ ਯੂਨੀਵਰਸਿਟੀ ਦੇ ਅੰਦਰ ਹੈ ਨਾ ਕਹਿੰਦੇ ਉਹਨਾਂ ਨੇ ਮੈਨੂੰ ਕਈਆਂ ਹੈ ਨਾ ਅਜੀਬ ਜੜੀਆਂ ਸੀ ਉਹ ਦਿਖਾ ਲਈਆਂ ਹੈਗੀਆਂ ਘੁਮਾ ਕੇ। ਅਤੇ ਮੈਨੂੰ ਬੜਾ ਵਧੀਆ ਲੱਗਾ ਵੀ ਇਹ ਯੂਨੀਵਰਸਿਟੀ ਦੇ ਹੈ ਨਾ ਬੜਾ ਕੁਛ ਦੇਖਣ ਵਾਲਾ ਹੈ, ਬੜੀਆਂ ਉੱਗੀਆਂ ਥਾਵਾਂ ਦਿਖਾ ਲਈਆਂ। ਉਹ ਤੋਂ ਬਾਅਦ ਕਹਿੰਦੇ ਉਹ ਮੈਨੂੰ ਇੱਕ ਹੈ ਨਾ ਮਹਿਮਾਨਖਾਨੇ ਵਿੱਚ ਛੱਡਿਆ ਹੈ। ਛੱਡ ਕੇ ਕਹਿਣ ਲੱਗਿਆ ਕਿ ਤੁਸੀਂ ਹੈ ਨਾ ਇਸ ਮਹਿਮਾਨਖਾਨੇ 'ਚ ਆਰਾਮ ਕਰੋ, ਉਸ ਤੋਂ ਬਾਅਦ ਫਿਰ ਅਸੀਂ 3 ਵਜੇ ਆਵਾਂਗੇ, 3 ਵਜੇ ਆ ਕੇ ਤੁਹਾਨੂੰ ਮਿਲਦੇ ਹਾਂ। ਖੈਰ ਕਹਿੰਦੇ ਅਸੀਂ ਮਹਿਮਾਨਖਾਨੇ 'ਚ ਜਦ ਬੈਠ ਕੇ ਕਹਿੰਦੇ ਮੈਂ ਕੀ ਤੱਕਿਆ, ਉੱਥੇ ਮਹਿਮਾਨਖਾਨੇ ਦੇ ਅੰਦਰ ਇੱਕ ਹੋਰ ਮੁੱਲਾ ਜਿਹੜੇ ਸੀਗੇ ਉਹ ਬੈਠੇ ਹੋਏ ਸੀ। ਕਹਿੰਦੇ ਮੈਂ ਉਹਨਾਂ ਕੋਲ ਚਲੇ ਗਿਆ। ਜਾ ਕੇ ਮੈਂ ਉਹੀ ਸਵਾਲ ਉਸ ਮੁੱਲੇ ਨੂੰ ਕੀਤਾ ਕਿ ਕੀ ਇਸ ਯੂਨੀਵਰਸਿਟੀ ਦੇ ਅੰਦਰ ਜਿਹੜੇ ਦੈਂਤ ਦਿਓ ਹੈਗੇ ਆ ਇਹ ਮਨੁੱਖਾ ਰੂਪ ਧਾਰ ਕੇ ਪੜ੍ਹਾਈ ਕਰਦੇ ਆ? ਕਹਿੰਦੇ ਮੁੱਲਾ ਮੈਨੂੰ ਕਹਿਣ ਲੱਗਾ ਜੀ ਦਰਅਸਲ ਗੱਲ ਇਹ ਕਿ ਮੈਂ ਤਾਂ ਜਗਰਾਫੀਆ ਦਾ ਇੱਥੇ ਪ੍ਰੋਫੈਸਰ ਟੀਚਰ ਲੱਗਾ ਹਾਂ, ਇਹਦੇ ਬਾਰੇ ਮੈਂ ਬਿਲਕੁਲ ਨਹੀਂ ਜਾਣਦਾ ਹੈਗਾ। ਖੈਰ ਕਹਿੰਦੇ ਮੈਂ ਚੁੱਪ ਕਰ ਗਿਆ। ਪਰ ਜਦ 2 ਵਜੇ ਕਹਿੰਦੇ ਜਦ ਨਮਾਜ਼ ਦਾ ਟਾਈਮ ਹੋਇਆ ਅਤੇ ਸਾਰੇ ਜਿਹੜੇ ਬੱਚੇ ਸੀਗੇ ਕਹਿੰਦੇ ਉਹ ਮਸੀਤਾਂ ਨੂੰ ਚਲੇ ਗਏ ਅਤੇ ਜਿਹੜੀ ਯੂਨੀਵਰਸਿਟੀ ਸੀ ਬਿਲਕੁਲ ਸ਼ਾਂਤ ਹੋ ਗਈ। ਲੇਕਿਨ ਜਦ 3:15 ਤੱਕ ਕਹਿੰਦੇ ਵੀ ਮੈਂ ਉੱਥੇ ਬੈਠਾ ਰਿਹਾ। ਜਿਹੜੇ 2 ਲੜਕਿਆਂ ਮੈਨੂੰ 3 ਵਜੇ ਆਉਣ ਦਾ ਟਾਈਮ ਦਿੱਤਾ ਸੀ ਉਹ ਕਹਿੰਦੇ ਪਹੁੰਚੇ ਨਹੀਂ। ਜਦ ਨਹੀਂ ਪਹੁੰਚੇ ਤਾਂ ਮੈਂ ਕਹਿੰਦੇ ਉਹ ਜਿਹੜੇ ਸੀਗੀ ਮਹਿਮਾਨਖਾਨਾ ਉੱਤੋਂ ਮਹਿਮਾਨਖਾਨੇ ਵਿੱਚੋਂ ਬਾਹਰ ਨਿਕਲ ਕੇ ਪੌੜੀਆਂ ਥੱਲੇ ਜਦ ਮੈਂ ਥੱਲੇ ਉਤਰਨ ਲੱਗਾ ਅਤੇ ਜਦ ਕੀ ਦੇਖਿਆ ਕਿ 3:15 ਵਜੇ ਸਾਰੀ ਜਿਹੜੀ ਹੈ ਨਾ ਯੂਨੀਵਰਸਿਟੀ ਸੀ ਫਿਰ ਉਹਦੇ ਵਿੱਚ ਚਹਿਲ ਪਹਿਲ ਹੋ ਗਈ, ਕਿਉਂਕਿ ਸਭ ਨਮਾਜ਼ ਕਰਕੇ ਜਿਹੜੇ ਸੀ ਯੂਨੀਵਰਸਿਟੀ ਵਿੱਚ ਜਿਹੜੇ ਜਿੰਨੇ ਬੱਚੇ ਉਹ ਆ ਰਹੇ ਸੀ। ਕਹਿੰਦੇ ਮੈਨੂੰ ਦੇਖਦੇ ਜਿਹੜੇ ਸਾਰੇ ਲੜਕੇ ਸੀਗੇ ਨਾ ਯਕਦਮ ਮੇਰੇ ਵੱਲ ਆਏ। ਆਉਂਦੇ ਸਾਰੇ ਕਹਿੰਦੇ ਉਹ ਮੇਰੇ ਪਿੱਛੇ ਪੈ ਗਏ ਅਤੇ ਉਹਨਾਂ ਨੇ ਸਵਾਲ 'ਤੇ ਸਵਾਲ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਕਿੱਥੋਂ ਆਏ ਆ, ਕਿਵੇਂ ਆਏ ਆ, ਕਾਹਤੇ ਆਏ ਆ। ਖੈਰ ਕਹਿੰਦੇ ਉਹਨਾਂ ਦੇ ਜਿਹੜੇ 1 ਤੋਂ 2 ਤੋਂ 4 10 20 ਉੱਪਰ ਥਲੀ ਸਵਾਲਾਂ ਨੂੰ ਦੇਖ ਕੇ ਕਹਿੰਦੇ ਪਹਿਲਾਂ ਤਾਂ ਮੈਂ ਚੁੱਪ ਰਿਹਾ, ਪਰ ਫਿਰ ਮੈਂ ਉਹਨਾਂ ਨੂੰ ਟਾਲਣ ਇਹ ਆਖ ਦਿੱਤਾ ਕਿ ਮੈਂ ਚੰਡੀਗੜ੍ਹ ਤੋਂ ਆਇਆ ਹੈਗਾ ਅਤੇ ਮੈਂ ਇਸ ਯੂਨੀਵਰਸਿਟੀ ਦੇ ਅੰਦਰ ਹਾਂ ਜਿਹੜਾ ਅੱਲਾ ਦਾ ਆਸ਼ਿਕ ਹੈਗਾ। ਮੈਂ ਉਸ ਅੱਲਾ ਦੇ ਆਸ਼ਿਕ ਤੋਂ ਉਸ ਦੇ ਜਿਹੜੇ ਹੈ ਨਾ ਨਿਆਜ਼ ਵਾ ਉਹ ਹਾਸਲ ਕਰਨਾ ਚਾਹੁੰਦਾ। ਤਾਂ ਜਾ ਕੇ ਕਹਿੰਦੇ ਉਹਨਾਂ ਲੜਕਿਆਂ ਨੇ ਮੇਰਾ ਖਹਿੜਾ ਜਿਹੜਾ ਸੀ ਉਹ ਛੱਡਿਆ। ਉਸ ਤੋਂ ਬਾਅਦ ਕਹਿੰਦੇ ਇੱਕ ਜਿਹੜਾ ਲੜਕਾ ਸੀਗਾ ਉਹ ਕਹਿੰਦੇ ਮੈਨੂੰ ਹੈ ਨਾ ਇੱਕ ਮਸਜਿਦ ਦੇ ਵਿੱਚ ਲੈ ਗਿਆ। ਉਹ ਮੈਨੂੰ ਕਹਿਣ ਲੱਗਾ ਕਿ ਇੱਥੇ ਇੱਕ ਵਾਈਸ ਚਾਂਸਲਰ ਹੈਗੇ ਆ, ਇਹ ਜਿਹੜੇ ਵਾਈਸ ਚਾਂਸਲਰ ਇਹ ਅੱਲਾਹ ਤਾਲਾ ਦੇ ਹੈ ਜਿਹੜੇ ਆਸ਼ਿਕ ਹੈ, ਤੁਸੀਂ ਇਹਨਾਂ ਨਾਲ ਗੱਲ ਕਰ ਲਓ। ਖੈਰ ਕਹਿੰਦੇ ਜਦੋਂ ਮੈਂ ਮਸਜਿਦ 'ਚ ਗਿਆ ਅਤੇ ਪਰ ਮਸਜਿਦ ਦੇ ਵਿੱਚ ਵੜਦੇ ਸਾਰੀ ਮੈਂ ਥੋੜ੍ਹਾ ਜਿਹਾ ਕਹਿੰਦੇ ਠੈਂਬਰ ਵੀ ਗਿਆ ਹੈਗਾ ਕਿ ਕਿਤੇ ਮੈਨੂੰ ਫੜ ਕੇ ਮੁਸਲਮਾਨ ਨਾ ਬਣਾ ਲੈਣ। ਖੈਰ ਕਹਿੰਦੇ ਜਦੋਂ ਮੈਂ ਅੰਦਰ ਗਿਆ ਤਾਂ ਮੈਂ ਕੀ ਦੇਖਿਆ, ਉਹ ਜਿਹੜਾ ਵਾਈਸ ਚਾਂਸਲਰ ਸੀਗਾ ਹੈ ਨਾ ਮੁੱਲਾ ਜੀ, ਕਹਿੰਦੇ ਉਹ ਇੱਕ ਸੁੰਦਰ ਬੜਾ ਮੁੱਲਾ ਦਲੀਚਾ ਸੀ, ਉੱਥੇ ਬੈਠੇ ਸੀ। ਪਿੱਛੇ ਜਿਹੜਾ ਸੀਗਾ ਇੱਕ ਬੜਾ ਸਾਰਾ ਢਾਸਣਾ ਉਹਨਾਂ ਨੇ ਲਾਇਆ ਸੀ ਅਤੇ ਮੋਹਰੇ ਜਿਹੜੇ ਬੱਚੇ ਨੂੰ ਤਾਲੀਮ ਦਿੰਦੇ ਸੀ ਉਹਨਾਂ ਦੇ ਅੱਗੇ ਬੈਠੇ ਸੀਗੇ। ਕਹਿੰਦੇ ਮੈਂ ਜਾ ਕੇ ਹੈ ਨਾ ਪਹਿਲਾਂ ਮੁੱਲਾ ਸਾਹਿਬ ਨੂੰ ਸਲਾਮ ਦੁਆ ਕੀਤੀ ਆ। ਸਲਾਮ ਦੁਆ ਕਰਨ ਤੋਂ ਬਾਅਦ ਫਿਰ ਕਹਿੰਦੇ ਮੈਂ ਉਹਨਾਂ ਦੇ ਨਾਲ ਹੀ ਗਲੀਚੇ 'ਤੇ ਬੈਠ ਗਿਆ ਹੈਗਾ। ਜਦ ਬੈਠਾ ਤਾਂ ਕਹਿੰਦੇ ਉਹ ਮੁੱਲੇ ਨੇ ਕਹਿੰਦੇ ਮੇਰੇ ਵੱਲ ਤੱਕ ਕੇ ਕਹਿੰਦੇ ਮੈਨੂੰ ਸਵਾਲ ਕੀਤਾ। ਉਹ ਮੈਨੂੰ ਕਹਿਣ ਲੱਗਾ ਕਿ ਕੀ ਤੁਹਾਨੂੰ ਸੂਰਜ, ਚੰਦ ਜਾਂ ਸਿਤਾਰਿਆਂ ਦਾ ਕੋਈ ਇਲਮ ਹੈਗਾ? ਪਰ ਕਹਿੰਦੇ ਸੋਢੀ ਸਾਹਿਬ ਕਹਿੰਦੇ ਜਦੋਂ ਮੈਂ ਨਾਂਹ ਦੇ ਵਿੱਚ ਜਿਹੜਾ ਹੈ ਨਾ ਸਿਰ ਹਿਲਾਇਆ, ਉਹ ਕਹਿਣ ਲੱਗੇ ਜੇ ਤੁਹਾਨੂੰ ਸੂਰਜ, ਚੰਦ ਅਤੇ ਸਿਤਾਰਿਆਂ ਦਾ ਕੋਈ ਇਲਮ ਨਹੀਂ ਹੈ ਤਾਂ ਫਿਰ ਤੁਹਾਨੂੰ ਅੱਲਾ ਦਾ ਇਲਮ ਕਿਵੇਂ ਹੋਵੇਗਾ, ਉਹਦਾ ਗਿਆਨ ਕਿਵੇਂ ਹੋਵੇਗਾ? ਖੈਰ ਕਹਿੰਦੇ ਉਹ ਮੈਨੂੰ ਕਹਿਣ ਲੱਗੇ ਕਿ ਆਓ ਤੁਹਾਨੂੰ ਇੱਕ ਨਾ ਅਸੀਂ ਕਹਾਣੀ ਸੁਣਾਉਂਦੇ ਹਾਂ। ਉਸ ਕਹਾਣੀ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਸੀਗੀ ਕਿ ਇੱਕ ਕੋਈ ਮੁਸਲਮਾਨ ਸੀਗੇ ਅਤੇ ਉਹਨਾਂ ਦਾ ਇੱਕ ਮਿੱਤਰ ਸੀਗਾ। ਜਦੋਂ ਕਹਿੰਦੇ ਉਹਨਾਂ ਦਾ ਇੱਕ ਮਿੱਤਰ ਸੀ, ਜਿਹੜਾ ਮਿੱਤਰ ਸੀਗਾ ਅਸ਼ਰਾਨੀ, ਇਹ ਦੋਨੇ ਇਕੱਠੇ ਸਫ਼ਰ ਕਰਦੇ ਸੀ। ਪਰ ਜਦ ਰਸਤੇ ਵਿੱਚ ਹੈ ਨਾ ਕਹਿੰਦੇ ਇਹਨਾਂ ਨੂੰ ਭੁੱਖ ਲੱਗੀ ਆ। ਇਸ ਭੁੱਖ ਦੇ ਵਿੱਚ ਕਹਿੰਦੇ ਫਿਰ ਹੈ ਨਾ ਇਹਨਾਂ ਦੇ ਮਿੱਤਰ ਜਿਹੜਾ ਸੀਗਾ ਅਸ਼ਰਾਨੀ, ਉਹਨੇ ਇੱਕ ਅਰਜ਼ ਕੀਤੀ ਆ।
ਅਰਜ਼ ਕਰਕੇ ਕਹਿੰਦੇ ਇੱਕ ਥਾਲ ਜਿਹੜਾ ਲਿਆ ਹੈਗਾ, ਉਸ ਥਾਲ ਨੂੰ ਕਹਿੰਦੇ ਵੀ ਇਹਨਾਂ ਨੇ ਆਪਸ ਵਿੱਚ ਵੰਡ ਕੇ ਖਾ ਲਿਆ, ਭੋਜਨ ਤਿਆਰ ਕਰ ਲਿਆ। ਪਰ ਇਸੇ ਤਰ੍ਹਾਂ ਕਹਿੰਦਾ ਜਿਹੜਾ ਉਹ ਸ਼ਰਾਨੀ ਮਿੱਤਰ ਸੀਗਾ, ਜਦੋਂ ਉਹਨੇ ਦੁਬਾਰਾ 2 ਥਾਲ ਲੈ ਆ, 2 ਥਾਲਾਂ ਦੇ ਵਿੱਚ ਇੱਕ ਥਾਲ ਆਪਣੇ ਅੱਗੇ ਰੱਖ ਲਿਆ ਤੇ ਇੱਕ ਕਹਿੰਦੇ ਉਹ ਮੁਸਲਮਾਨ ਮਿੱਤਰ ਨੂੰ ਦਿੱਤਾ। ਪਰ ਕਹਿੰਦੇ ਜਿਹੜਾ ਮੁਸਲਮਾਨ ਮਿੱਤਰ ਸੀਗਾ ਉਹਨੇ ਖਾਣ ਤੋਂ ਨਾ ਕਰ ਦਿੱਤੀ। ਕਹਿੰਦੇ ਉਹ ਕਹਿਣ ਲੱਗਾ ਵੀ ਤੂੰ ਜ਼ਰੂਰ ਇਹਨੂੰ ਸ਼ੱਕ, ਪਰ ਕਹਿੰਦਾ ਨਹੀਂ ਮੈਂ ਇਹ ਬਿਲਕੁਲ ਨਹੀਂ ਖਾਣਾ। ਜਦ ਕਹਿੰਦੇ ਮੁਸਲਮਾਨ ਨੇ ਨਾ ਕੀਤੀ ਤਾਂ ਫਿਰ ਉਹ ਜਿਹੜਾ ਸ਼ਰਾਨੀ ਸੀਗਾ ਕਹਿੰਦੇ ਉਹਨੇ ਉਹਨੂੰ ਇੱਕ ਅਜੀਬ ਕਹਾਣੀ ਦੱਸੀ ਕਿ ਅੱਜ ਮੈਂ ਪਹਿਲਾਂ ਤਾਂ ਈਸਾ ਜੀ ਦੇ ਅੱਗੇ ਜਿਹੜੀ ਸੀ ਹੈਲਪ ਵਾਸਤੇ ਬੇਨਤੀ ਕੀਤੀ ਆ, ਕਹਿੰਦੇ ਉਹ ਚੁੱਪ ਰਹੇ, ਪਰ ਜਦੋਂ ਮੈਂ ਹਜ਼ਰਤ ਮੁਹੰਮਦ ਨੂੰ ਜਿਹੜੀ ਇਸ ਖਾਣੇ ਦੀ ਵਾਸਤੇ ਬੇਨਤੀ ਕੀਤੀ ਸੀ ਤੇ ਕਹਿੰਦੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਵੀ ਪਹਿਲਾਂ ਮੇਰੇ 'ਤੇ ਈਮਾਨ ਲਿਆਓ, ਫਿਰ ਮੈਂ ਤੇਰੀ ਅਰਜ਼ ਬੇਨਤੀ ਜਿਹੜੀ ਕਬੂਲ ਕਰਾਂਗਾ। ਕਹਿੰਦੇ ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਇਹ 2 ਥਾਲ ਕਹਿੰਦੇ ਮੈਨੂੰ ਜਿਹੜੇ ਸੀਗੇ ਉਹ ਉਹਨਾਂ ਨੇ ਦੇ ਦਿੱਤੇ ਆ। ਅਤੇ ਜਦ ਕਹਿੰਦੇ ਇਹ 2 ਥਾਲ ਦਿੱਤੇ, ਇੱਕ ਮੈਂ ਖਾ ਲਵਾਂ ਅਤੇ ਇੱਕ ਤੂੰ ਛਕ ਲਵੇ। ਜਦ ਕਹਿੰਦੇ ਹਜ਼ਰਤ ਮੁਹੰਮਦ ਦੀ ਗੱਲ ਦੀ ਇਹ ਗੱਲ ਉਹ ਮੁਸਲਮਾਨ ਜਿਹੜਾ ਸੀਗਾ ਉਹਦੇ ਮਿੱਤਰ ਕਹਿੰਦੇ ਉਹਨੇ ਸੁਣੀ ਆ। ਉਹਨੇ ਕਹਿੰਦੇ ਉਸੇ ਟਾਈਮ ਉਹ ਜਿਹੜਾ ਥਾਲ ਸੀਗਾ ਕਹਿੰਦੇ ਵੀ ਉਹ ਜਿਹੜਾ ਸੀਗਾ ਉਹ ਭੋਜਨ ਵਾਸਤੇ ਜਿਹੜਾ ਸੀ ਉਹ ਛਕਣਾ ਸ਼ੁਰੂ ਕਰ ਦਿੱਤਾ ਸੀਗਾ। ਕਹਿੰਦੇ ਜਦ ਇਸ ਤਰ੍ਹਾਂ ਦੀ ਉਹਨਾਂ ਨੇ ਇੱਕ ਜਿਹੜੀ ਗੱਲਬਾਤ ਕਹਾਣੀ ਸੋਢੀ ਸਾਹਿਬ ਕਹਿੰਦੇ ਮੈਨੂੰ ਸੁਣਾਈ ਆ, ਅਤੇ ਕਹਿੰਦੇ ਮੈਂ ਭਾ ਗਿਆ ਸੀਗਾ। ਇਸ ਭਾਉਣ ਤੋਂ ਬਾਅਦ ਕਹਿੰਦੇ ਵੀ ਮੈਂ ਉਸ ਜਿਹੜਾ ਮੁਸਲਮਾਨ ਸੀਗਾ ਵਾਈਸ ਚਾਂਸਲਰ, ਕਹਿੰਦੇ ਮੈਂ ਉਹਨੂੰ ਗੱਲ ਕਹਿ ਤੀ ਕਿ ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਪਹਿਲਾਂ ਮੈਂ ਮੁਸਲਮਾਨ ਹੋ ਜਾਵਾਂ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਮੈਨੂੰ ਮੇਰੀ ਗੱਲ ਦਾ ਜਵਾਬ ਦਿਓਗੇ। ਜਦ ਕਹਿੰਦੇ ਇੰਨੀ ਗੱਲ ਹੋਈ ਆ ਤਾਂ ਕਹਿੰਦਾ ਫਿਰ ਵਾਈਸ ਚਾਂਸਲਰ ਕਹਿਣ ਲੱਗਾ, ਕਹਿੰਦਾ ਬਿਲਕੁਲ ਦਰੁਸਤ ਹੈਗਾ, ਤੁਸੀਂ ਬਿਲਕੁਲ ਠੀਕ ਸਮਝਿਆ ਹੈਗਾ। ਪਰ ਕਹਿੰਦੇ ਮੈਂ ਉਹਨਾਂ ਨੇ ਕਿਹਾ ਹੈਗਾ ਕਿ ਮੈਂ ਕੇਵਲ ਅਤੇ ਕੇਵਲ ਜਿਹੜਾ ਅੱਲਾਹ ਤਾਲਾ ਦਾ ਆਸ਼ਿਕ ਆ ਉਹਨੂੰ ਮਿਲਣਾ ਹੈਗਾ। ਪਰ ਉਹ ਕਹਿਣ ਲੱਗਾ ਕਿ ਤੁਸੀਂ ਇੱਥੇ ਬੈਠ ਜਾਓ, ਮੈਂ ਇਸ ਤਰ੍ਹਾਂ ਕਰਦਾ ਕਿ ਇੱਕ ਨਾਈ ਨੂੰ ਮੰਗਾਉਂਦਾ ਹੈ, ਤੁਹਾਡੀ ਜਿਹੜੀ ਉਹ ਪਹਿਲਾਂ ਹਜਾਮਤ ਕਰੇਗਾ, ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਆਪਣੇ ਮਜ਼ਹਬ ਦੇ ਵਿੱਚ ਸ਼ਾਮਿਲ ਕਰਾਂਗੇ, ਫਿਰ ਅਸੀਂ ਆਪਣੇ ਮਜ਼ਹਬ ਦੇ ਵਿੱਚ ਜੋ ਸਾਡੇ ਮਜ਼ਹਬ ਦੇ ਵਿੱਚ ਹੋ ਰਿਹਾ ਹੈਗਾ ਉਹ ਗੱਲ ਦਾ ਜ਼ਿਕਰ ਫਿਰ ਤੁਹਾਡੇ ਨਾਲ ਸਾਂਝਾ ਕਰਾਂਗੇ। ਜਦ ਕਹਿੰਦੇ ਇੰਨੀ ਗੱਲ ਹੋਈ ਹੈ ਅਤੇ ਕਿ ਸੋਢੀ ਸਾਹਿਬ ਕਹਿਣ ਲੱਗੇ, ਕਹਿੰਦੇ ਮੈਂ ਯਕਦਮ ਰੋਬ ਦੇ ਵਿੱਚ ਆ ਗਿਆ ਅਤੇ ਰੋਬ 'ਚ ਆ ਕੇ ਉਹ ਮੁੱਲਾ ਵਾਈਸ ਚਾਂਸਲਰ ਨੂੰ ਕਹਿੰਦੇ ਮੈਂ ਇਹ ਗੱਲ ਕਹਿਤੀ ਹੈਗੀ ਆ ਕਿ ਮੈਨੂੰ ਲੱਗਦਾ ਕਿ ਤੁਸੀਂ ਇਸ ਯੂਨੀਵਰਸਿਟੀ ਦੇ ਏਡੇ ਵੱਡੇ ਮਾਲਕ ਹੋਣ ਦੇ ਬਾਵਜੂਦ ਵੀ ਪਹਿਲੀ ਜਮਾਤ ਵੀ ਪਾਸ ਨਹੀਂ ਕੀਤੀ, ਪਹਿਲੀ ਜਮਾਤ ਵੀ ਨਹੀਂ ਪੜ੍ਹੀ। ਜਦ ਕਹਿੰਦੇ ਮੈਂ ਨਹੀਂ ਗੱਲ ਕੀਤੀ ਤਾਂ ਜਿਹੜੇ ਮੁੱਲਾ ਸੀਗੇ ਵਾਈਸ ਚਾਂਸਲਰ ਕਹਿੰਦੇ ਉਹ ਮੇਰੇ ਵੱਲ ਦੇਖਣ ਲੱਗ ਪਏ ਅਤੇ ਮੈਨੂੰ ਕਹਿਣ ਲੱਗੇ ਵੀ ਤੁਸੀਂ ਕੀ ਕਹਿੰਦੇ। ਮੈਂ ਕਿਹਾ ਮੈਂ ਉਹਨੂੰ ਕਹਿ ਤਾ ਕਿ ਮੈਂ ਸੱਚ ਹੀ ਕਹਿੰਦਾ ਕਿ ਤੁਸੀਂ ਪਹਿਲੀ ਜਮਾਤ ਵੀ ਨਹੀਂ ਪੜ੍ਹੀ। ਜਦ ਕਹਿੰਦੇ ਇੰਨੀ ਦੁਬਾਰਾ ਮੈਂ ਗੱਲ ਕੀਤੀ ਉਹ ਬੜੇ ਰੋਬ 'ਚ ਆਏ ਅਤੇ ਰੋਬ 'ਚ ਆ ਕੇ ਆਪਣੇ ਜਿਹੜੇ ਉਹਨਾਂ ਦੇ ਸਟੂਡੈਂਟ ਮੂਹਰੇ ਬੱਚੇ ਜਿਹੜੇ ਉਹਨਾਂ ਤੋਂ ਤਾਲੀਮ ਲੈ ਰਹੇ ਸੀ ਉਹਨਾਂ ਨੂੰ ਕਹਿਣ ਲੱਗੇ ਕਿ ਤੁਸੀਂ ਇੱਦਾਂ ਕਰੋ, ਇਹਨੂੰ ਯਕਦਮ ਹੀ ਮੇਰੇ ਸਾਹਮਣੇ ਸੰਗਸ਼ਾਰ ਕਰ ਦਿਓ। ਸੰਗਸ਼ਾਰ ਦਾ ਮਤਲਬ ਹੁੰਦਾ ਪੱਥਰ ਮਾਰ ਕੇ ਕਿਸੇ ਆਦਮੀ ਨੂੰ ਮਾਰ ਦੇਣਾ। ਜਦ ਕਹਿੰਦੇ ਵਾਈਸ ਚਾਂਸਲਰ ਨੇ ਇਹ ਗੱਲ ਕਹਿਤੀ ਹੈਗੀ, ਫਿਰ ਕਹਿੰਦੇ ਜਿਹੜੇ ਬੱਚੇ ਸੀਗੇ ਯਕਦਮ ਆਪਣੀਆਂ ਬਾਹਾਂ ਟੰਗਣ ਲੱਗ ਪਏ। ਕਹਿੰਦੇ ਜਦੋਂ ਬਾਹਾਂ ਟੰਗਣ ਲੱਗ ਪਏ ਸੋਢੀ ਸਾਹਿਬ ਕਹਿੰਦੇ ਯਕਦਮ ਹੀ ਮੇਰੇ ਅੰਦਰੋਂ ਨਿਕਲਿਆ ਹੈਗਾ ਕਿ ਭਾਈ ਕੁਰਾਨ ਦੇ ਵਿੱਚ 4 ਚੀਜ਼ਾਂ ਜਿਹੜਾ ਜ਼ਿਕਰ ਹੈਗਾ ਉਹਦੇ ਵਿੱਚ 4 ਜਮਾਤਾਂ ਦੱਸੀਆਂ ਗਈਆਂ। ਪਹਿਲੀ ਜਮਾਤ ਹੈਗੀ ਆ ਸ਼ਰੀਅਤ, ਦੂਸਰੀ ਤਰੀਕਤ, ਤੀਸਰੀ ਮਾਰਫਤ, ਚੌਥੀ ਹਕੀਕਤ। ਜਦ ਕਹਿੰਦੇ ਇੰਨੀ ਗੱਲ ਹੋਈ ਆ ਅਤੇ ਕਹਿੰਦੇ ਉਹ ਸਾਰੇ ਜਿਹੜੇ ਬੱਚੇ ਸੀਗੇ ਜਿਹੜੇ ਬਾਹਾਂ ਟੰਗਣ ਵਾਸਤੇ ਕਹਿੰਦੇ ਉਸ ਮੁੱਲੇ ਦੇ ਹੁਕਮ ਦਾ ਜੋ ਉਹਨੇ ਗੱਲ ਕਹੀ ਸੀ ਉਹਨੂੰ ਕਰਨ ਲੱਗੇ ਸੀ। ਕਹਿੰਦੇ ਇਹ ਸੁਣ ਕੇ ਕਹਿੰਦੇ ਸਾਰੇ ਜਿਹੜੇ ਸੀ ਉਹ ਦੇਖ ਕੇ ਠੰਡੇ ਪੈ ਗਏ। ਜਦ ਕਹਿੰਦੇ ਠੰਡੇ ਪਏ ਉਹ ਤੋਂ ਬਾਅਦ ਫਿਰ ਕਹਿੰਦੇ ਉਹ ਜਿਹੜਾ ਵਾਈਸ ਚਾਂਸਲਰ ਸੀਗਾ ਕਹਿੰਦੇ ਉਹ ਮੈਨੂੰ ਕਹਿਣ ਲੱਗਾ, ਕਹਿੰਦਾ ਵੀ ਮੈਂ ਤਾਂ ਸੁਣਿਆ ਸੀਗਾ ਕਿ ਸਰਦਾਰ ਜਿਹੜੇ ਹੁੰਦੇ ਆ ਬੜੇ ਭੋਲੇ ਹੁੰਦੇ ਆ, ਪਰ ਕਹਿੰਦੇ ਵੀ ਤੁਸੀਂ ਤਾਂ ਸਾਡੇ ਜਿਹੜੀ ਇਸਲਾਮਕ ਮਜ਼ਹਬ ਆ ਇਸ ਇਸਲਾਮਕ ਮਜ਼ਹਬ ਦੀ ਬਹੁਤ ਭਾਰੀ ਜਾਣਕਾਰੀ ਤੁਸੀਂ ਵੀ ਲੋਕੀ ਰੱਖਦੇ ਆ। ਕਹਿੰਦੇ ਖੈਰ ਫਿਰ ਮੈਂ ਉਹਨੂੰ ਕਿਹਾ ਹੈਗਾ ਕਿ ਦੇਖੋ ਬੁੱਲਾ ਵੀ ਜਿਹੜਾ ਇਹ ਸੈਯਦ ਹੋਇਆ ਹੈਗਾ, ਲੇਕਿਨ ਬੁੱਲਾ ਸੈਯਦ ਹੋਣ ਦੇ ਬਾਅਦ ਵੀ ਇਹ ਆਸ਼ਿਕ ਹੋਇਆ ਹੈਗਾ। ਕਹਿੰਦੇ ਫਿਰ ਮੈਂ ਉਹਨੂੰ ਇਹ ਗੱਲ ਕਹੀ ਸੀ ਕਿ ਅਗਰ ਤੁਸੀਂ ਪੰਜਾਬੀ ਜਾਣਦੇ ਆ ਮੈਂ ਤੁਹਾਨੂੰ ਬੁੱਲੇ ਦੇ ਜਿਹੜਾ ਸੈਯਦ ਹੋਇਆ ਉਹਨਾਂ ਦੀ ਇੱਕ ਨਬਜ਼ ਸੁਣਾਵਾਂ। ਉਹ ਕਹਿਣ ਲੱਗੇ ਵੀ ਚਲੋ ਠੀਕ ਆ, ਤੁਸੀਂ ਕਹਿੰਦੇ ਮੈਨੂੰ ਸੁਣਾਓ। ਅਤੇ ਫਿਰ ਸੋਢੀ ਸਾਹਿਬ ਕਹਿਣ ਲੱਗੇ ਕਿ ਮੈਂ ਬੁੱਲੇ ਦੀ ਇੱਕ ਨਜ਼ਮ ਜਿਹੜੀ ਸੀ ਉਹਨਾਂ ਦੇ ਸਾਹਮਣੇ ਰੱਖੀ ਆ ਕਿ ਧਰਮਸ਼ਾਲਾ ਵਿੱਚ ਤੜਵਈ ਰਹਿੰਦੇ ਠਾਕਰ ਦਵਾਰ ਠਾਗ, ਵਿੱਚ ਮਸੀਤਾਂ ਬਸਣ ਕੁਸੱਤੀ, ਬੋਲਿਆ ਆਸ਼ਿਕ ਰਹਿਣ ਅਲੱਗ। ਕਹਿੰਦੇ ਜਦੋਂ ਮੈਂ ਇਹ ਗੱਲ ਕਹੀ ਆ ਕਹਿੰਦੇ ਫਿਰ ਚੁੱਪ ਕਰ ਗਿਆ। ਖੈਰ ਕਹਿੰਦੇ ਚੁੱਪ ਕਰਨ ਤੋਂ ਬਾਅਦ ਫਿਰ ਉਹ ਮੈਨੂੰ ਕਹਿਣ ਲੱਗਾ ਕਿ ਦਰਅਸਲ ਗੱਲ ਇਹ ਕਿ ਵੀ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਮੈਂ ਇਸ ਯੂਨੀਵਰਸਿਟੀ ਦੇ ਵਿੱਚ ਕਾਜੀ ਦਾ ਵੀ ਕੰਮ ਕਰਦਾ ਅਤੇ ਫਤਵੇ ਵੀ ਲਾਉਂਦਾ। ਸੋ ਕਾਜੀ ਦਾ ਕੰਮ ਕਰਨਾ ਅਤੇ ਇਸ ਯੂਨੀਵਰਸਿਟੀ ਦੇ ਬੱਚਿਆਂ ਨੂੰ ਫਤਵੇ ਲਾਉਣੇ ਇਹ ਤਾਂ ਵਾਕਿਆ ਪਹਿਲੀ ਜਮਾਤ ਦਾ ਜਿਹੜਾ ਕੰਮ ਹੈਗਾ।
ਤੇ ਬਾਕੀ ਰਹੀ ਆਸ਼ਕ ਦੀ ਗੱਲ, ਕਹਿੰਦੇ ਜਿਹੜੇ ਹਨ ਸਾਡੇ ਪ੍ਰਧਾਨ ਚਾਂਸਲਰ ਹੈਗੇ ਆ ਉਹ ਅੱਲਾਹ ਤਾਲਾ ਦੇ ਆਸ਼ਕ ਆ, ਤੇ ਉਹਨੇ 3 ਮਾਰਚ ਨੂੰ ਆ ਜਾਣਾ ਹੈਗਾ, ਤੇ ਤੁਸੀਂ 4 ਮਾਰਚ ਨੂੰ ਆ ਕੇ ਨਾ ਸੋਢੀ ਸਾਹਿਬ ਨੂੰ ਕਹਿਣ ਲੱਗੇ ਕਿ ਤੁਸੀਂ ਉਹਦੇ ਨਾਲ ਗੱਲਬਾਤ ਕਰ ਲਿਓ। ਜਦ ਕਹਿੰਦੇ ਇੰਨੀ ਗੱਲ ਹੋਈ ਤਾਂ ਕਹਿੰਦੇ ਜਿੱਦਣ ਮੇਰੀ ਇਹ ਗੱਲਬਾਤ ਹੈ ਉਦਣ ਤਰੀਕ ਸੀ 27 ਫਰਵਰੀ। ਖੈਰ ਕਹਿੰਦੇ ਮੈਂ ਫਿਰ ਜਿਹੜੀ ਸੀ ਇਹ ਗੱਲ ਸੁਣ ਕੇ ਚੁੱਪ ਕਰ ਗਿਆ। ਪਰ ਫਿਰ ਉਹ ਮੈਨੂੰ ਕਹਿਣ ਲੱਗੇ ਮੁੱਲਾ ਜੀ ਕਹਿੰਦੇ ਉਹ ਕਹਿਣ ਲੱਗੇ ਕਿ ਮੈਨੂੰ ਇੱਕ ਸਵਾਲ ਮੈਂ ਤੁਹਾਡੇ ਤੋਂ ਪੁੱਛਦਾ ਹੈਗਾ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਗੁਰੂ ਨਾਨਕ ਸਾਹਿਬ ਦੇ ਗੁਰੂ ਕੌਣ ਸੀ। ਜਦ ਕਹਿੰਦੇ ਇੰਨੀ ਗੱਲ ਹੋਈ ਤਾਂ ਸੋਢੀ ਸਾਹਿਬ ਕਹਿਣ ਲੱਗੇ, ਕਹਿੰਦੇ ਮੈਂ ਉਹਨਾਂ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਦੇ ਗੁਰੂ ਤਾਂ ਅੱਲਾਹ ਤਾਲਾ ਹੋਇਆ। ਉਹ ਕਹਿਣ ਲੱਗਾ ਕਿ ਨਹੀਂ, ਬਿਲਕੁਲ ਝੂਠ ਹੈ। ਅਤੇ ਸੋਢੀ ਸਾਹਿਬ ਕਹਿਣ ਲੱਗੇ ਮੈਂ ਉਹਨਾਂ ਨੂੰ ਗੁਰਬਾਣੀ ਦੀ ਇੱਕ ਪੰਕਤੀ ਸੁਣਾਈ ਕਿ ਅਪਰੰਪਾਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਉਹ ਕਹਿਣ ਲੱਗਾ ਜੀ ਨਹੀਂ, ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਜਿਹੜੇ ਗੁਰੂ ਆ ਨਾ ਉਹ ਬਾਬਾ ਫਰੀਦ ਜੀ ਹੋਏ ਆ। ਜਦ ਕਹਿੰਦੇ ਉਸ ਮੁੱਲੇ ਨੇ ਜਿਹੜਾ ਵਾਈਸ ਚਾਂਸਲਰ ਸੀਗਾ ਮੈਨੂੰ ਇਹ ਗੱਲ ਕਹੀ, ਕਹਿੰਦੇ ਮੈਂ ਹੱਸ ਕੇ ਉਹਨੂੰ ਇਹ ਗੱਲ ਕਹੀ, ਮੈਂ ਕਿਹਾ ਮੈਨੂੰ ਇਹ ਦੱਸੋ ਕਿ ਇੱਕ ਤਾਂ ਹੁੰਦਾ ਹੈ ਮਰੀਦ, ਦੂਸਰਾ ਹੁੰਦਾ ਹੈ ਮੁਰਸ਼ਦ। ਹੁਣ ਜੇ ਤੁਸੀਂ ਬਾਬਾ ਫਰੀਦ ਦੀ ਗੱਲ ਕਰਦੇ ਆ, ਜਿਹੜੇ ਬਾਬਾ ਫਰੀਦ ਜੀ ਹੋਏ ਆ 13ਵੀਂ ਸਦੀ 'ਚ ਹੋਏ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ 15ਵੀਂ ਸਦੀ 'ਚ ਹੋਏ ਆ। ਫਿਰ ਦੱਸੋ ਬਾਬਾ ਫਰੀਦ ਜੀ ਗੁਰੂ ਨਾਨਕ ਸਾਹਿਬ ਦੇ ਗੁਰੂ ਕਿਵੇਂ ਹੋਏ। ਜਦ ਕਹਿੰਦੇ ਇਸ ਤਰ੍ਹਾਂ ਦੀ ਵਿਚਾਰ ਚੱਲੀ ਉਹਨਾਂ ਟਾਈਮਾਂ 'ਚ, ਫਿਰ ਉਹ ਕਹਿਣ ਲੱਗੇ ਕਿ ਨਹੀਂ ਮੈਂ ਹੈ ਨਾ ਫਰੀਦ ਸਾਨੀ ਦੀ ਗੱਲ ਕਰਦਾ ਹੈਗਾ। ਕਹਿੰਦੇ ਮੈਂ ਕਿਹਾ ਚਲੋ ਠੀਕ ਹੈ, ਅਗਰ ਤੁਸੀਂ ਫਰੀਦ ਸਾਨੀ ਦੀ ਵੀ ਗੱਲ ਕਰਦੇ ਆ, ਪਰ ਮੈਨੂੰ ਇਹ ਦੱਸੋ ਕਿ ਜਿਹੜਾ ਮਰੀਦ ਮੁਰਸ਼ਦ ਦੀ ਗੱਲਬਾਤ ਨੂੰ ਕੱਟ ਕਰ ਦੇਵੇ, ਕੀ ਉਹ ਜਿਹੜਾ ਮਰੀਦ ਹੈਗਾ ਉਹ ਮੁਰਸ਼ਦ ਦੀ ਖੁਸ਼ੀ ਹਾਸਲ ਕਰ ਸਕਦਾ, ਜਾਂ ਮੁਰਸ਼ਦ ਜਿਹੜਾ ਹੈਗਾ ਉਹਨੂੰ ਆਪਣਾ ਮਰੀਦ ਬਣਾ ਸਕਦਾ। ਕਹਿੰਦੇ ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਫਿਰ ਉਹ ਮੈਨੂੰ ਮੁੱਲਾ ਜਿਹੜਾ ਸੀ ਵਾਈਸ ਚਾਂਸਲਰ ਕਹਿਣ ਲੱਗਾ ਵੀ ਇਹ ਗੱਲ ਕਦਾਜਤ ਨਹੀਂ ਵੀ ਜਿਹੜਾ ਮਰੀਦ ਹੈਗਾ ਮੁਰਸ਼ਦ ਦੀ ਗੱਲ ਨੂੰ ਕਿਵੇਂ ਕੱਟ ਕਰ ਸਕਦਾ। ਫਿਰ ਕਹਿੰਦੇ ਮੈਂ ਹੈ ਨਾ ਬਾਬਾ ਫਰੀਦ ਜੀ ਦੇ ਜਿਹੜੇ 3 ਸਲੋਕ ਸੀ ਉਹਨਾਂ ਦੇ ਸਾਹਮਣੇ ਰੱਖੇ। ਉਹਦੇ ਵਿੱਚ ਮੈਂ ਜਦ ਪਹਿਲਾ ਸਲੋਕ ਉਸ ਵਾਈਸ ਚਾਂਸਲਰ ਮੁੱਲੇ ਨੂੰ ਸੁਣਾਇਆ, ਉਹਦੇ ਵਿੱਚ ਮੈਂ ਇਹ ਗੱਲ ਦੱਸੀ ਸੀ ਕਿ ਬਾਬਾ ਫਰੀਦ ਜੀ ਦਾ ਜਿਹੜਾ ਹੈ ਨਾ ਪਹਿਲਾ ਸਲੋਕ ਜਿਹੜਾ ਉਹ ਇੱਕ ਹੈ ਕਿ ਜਿਵੇਂ ਉਹ ਕਹਿੰਦੇ ਹੈ ਕਿ ਰੱਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਏ, ਜੋ ਤਨ ਰੱਤੇ ਰੱਬ ਸਿਉ 3 ਤਨ ਰਤ ਨਾ ਹੋਏ। ਕਹਿੰਦੇ ਮੈਂ ਕਿਹਾ ਦੇਖੋ ਇਹ ਸਲੋਕ ਬਾਬਾ ਫਰੀਦ ਜੀ ਦਾ, ਪਰ ਇਸ ਸਲੋਕ ਦਾ ਜਿਹੜਾ ਜਵਾਬ ਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੜਾ ਸੁੰਦਰ ਦਿੱਤਾ ਹੈ ਕਿ ਸਭੇ ਤਨ ਰਤ ਹੈ ਰਤ ਬਿਨ ਤਨ ਨਾ ਕੋਏ, ਜੋ ਸਹਿ ਰਤੇ ਆਪਣੇ 3 ਤਨ ਲੋਭ ਰਤ ਨਾ ਹੋਏ। ਮੈਂ ਕਿਹਾ ਦੇਖੋ ਇੱਥੇ ਕਿੱਡੀ ਬੜੀ ਕਟਾਸ਼ ਜਿਹੜੀ ਹੈਗੀ ਆ ਗੁਰੂ ਸਾਹਿਬ ਨੇ ਲਾਈ ਆ। ਫਿਰ ਦੂਸਰਾ ਕਹਿੰਦੇ ਮੈਂ ਸਲੋਕ ਇਹ ਵੀ ਪੜ੍ਹ ਕੇ ਜਿਹੜਾ ਉਹਨਾਂ ਨੇ ਸੁਣਾਇਆ ਹੈ ਕਿ ਫਰੀਦਾ ਪਾੜ ਪਟੋਲਾ ਤਜ ਕਰੀ ਕੰਬਲੀ ਪਹਿਰੋ, ਜਿਨੀ ਬੇਸੀ ਸੋ ਮਿਲੇ ਸੋਈ ਬੇਸ ਕਰੋ। ਕਹਿੰਦੇ ਜਦ ਮੈਂ ਇੰਨੀ ਗੱਲ ਕਹੀ ਆ ਤੇ ਇਹਦੀ ਜਿਹੜੀ ਕਟਾਸ਼ ਸੀਗੀ ਵੀ ਮੈਂ ਮੁੱਲੇ ਸਾਹਮਣੇ ਦਹਿਰੀ ਸੀ ਉਹ ਰੱਖ ਦਿੱਤੀ। ਤੇ ਮੈਂ ਕਿਹਾ ਦੇਖੋ ਇਹਦੇ ਵਿੱਚ ਵੀ ਕਿੱਡੀ ਭਾਰੀ ਕਟਾਸ਼ ਹੈ ਕਿ ਕਾਏ ਪਟੋਲਾ ਪਾੜਤੀ ਕੰਬਲੀ ਪਹਿਰੇ, ਨਾਨਕ ਘਰ ਹੀ ਬੈਠਿਆਂ ਸੋ ਮਿਲੇ ਜੇ ਨੀਅਤ ਰਾਸ ਕਰੇ। ਫਿਰ ਕਹਿੰਦੇ ਜਿਹੜਾ ਮੁੱਲਾ ਸੀਗਾ ਮੇਰੇ ਵੱਲ ਦੇਖਣ ਲੱਗ ਪਿਆ। ਪਰ ਫਿਰ ਮੈਂ ਜਦ ਤੀਸਰਾ ਬਾਬੇ ਫਰੀਦ ਜੀ ਦਾ ਸਲੋਕ ਮੁੱਲੇ ਸਾਹਮਣੇ ਰੱਖਿਆ ਕਿ ਤਨ ਤਪੇ ਤਨੂਰ ਜੋ ਬਾਲਣ ਹੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ ਜੇ ਮੋਹ ਪਿਰੀ ਮਲਨ। ਤੇ ਕਹਿੰਦੇ ਮੈਂ ਕਿਹਾ ਇਹਦੇ ਜਵਾਬ ਦੇ ਵਿੱਚ ਦੇਖੋ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਵੇਂ ਕਟਾਸ਼ ਜਿਹੜੀ ਹੈਗੀ ਆ ਇਸ ਨੂੰ ਸੋਧਣ ਵਾਸਤੇ ਗੁਰੂ ਸਾਹਿਬ ਨੇ ਲਾਈ ਆ ਕਿ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜੀਏ ਅੰਦਰ ਪਿਰੀ ਨਿਹਾਲ। ਜਦ ਕਹਿੰਦੇ ਇਸ ਤਰ੍ਹਾਂ ਦੀ ਵਿਚਾਰ ਚੱਲੀ ਆ ਤੇ ਜਿਹੜਾ ਮੁੱਲਾ ਵਾਈਸ ਚਾਂਸਲਰ ਸੀਗਾ ਕਹਿੰਦੇ ਫਿਰ ਉਹਨੂੰ ਕੋਈ ਜਵਾਬ ਨਹੀਂ ਆਇਆ। ਫਿਰ ਕਹਿੰਦੇ ਉਹ ਮੈਨੂੰ ਕਹਿਣ ਲੱਗਾ ਕਿ ਤੁਸੀਂ ਮੈਨੂੰ ਆਪਣਾ ਅਸਲੀ ਮਕਸਦ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਆਏ ਆ ਇੱਥੇ। ਕਹਿੰਦੇ ਫਿਰ ਮੈਂ ਉਹਨਾਂ ਨੂੰ ਦੱਸਿਆ ਹੈਗਾ ਕਿ ਮੈਂ ਇਹ ਪੁੱਛਣ ਆਇਆ ਹੈਗਾ ਕਿ ਮੈਂ ਸੁਣਿਆ ਹੈ ਕਿ ਇਸ ਯੂਨੀਵਰਸਿਟੀ ਦੇ ਅੰਦਰ ਜਿਹੜੇ ਦਿਓ ਆ ਉਹ ਇਨਸਾਨੀ ਰੂਪ ਦੇ ਵਿੱਚ ਪੜ੍ਹਾਈ ਕਰਦੇ ਆ, ਕੀ ਇਹ ਗੱਲ ਸੱਚ ਹੈ। ਫਿਰ ਕਹਿੰਦੇ ਉਹ ਮੁੱਲਾ ਮੈਨੂੰ ਕਹਿਣ ਲੱਗਾ ਕਿ ਇਹ ਗੱਲ ਤਾਂ ਬਿਲਕੁਲ ਸੱਚ ਹੈਗੀ ਆ ਕਿ ਇੱਥੇ ਦਿਓ ਰਹਿੰਦੇ ਆ ਇਨਸਾਨੀ ਰੂਪ 'ਚ ਪੜ੍ਹਾਈ ਕਰਦੇ ਆ, ਪਰ ਅਸੀਂ ਇਹ ਗੱਲ ਹੈ ਨਾ ਕਿਸੇ ਦੂਸਰੇ ਦੇ ਨਾਲ ਸਾਂਝੀ ਨਹੀਂ ਕਰਦੇ, ਨਾ ਕਿਸੇ ਨੂੰ ਦੱਸਦੇ ਆ। ਪਰ ਕਹਿੰਦੇ ਮੈਂ ਕਿਹਾ ਕਿ ਚਲੋ ਇਹ ਗੱਲ ਵੀ ਤੁਹਾਡੀ ਠੀਕ ਆ, ਪਰ ਮੈਨੂੰ ਤੁਸੀਂ ਕੋਈ ਐਸਾ ਨਿਸ਼ਾਨ ਦਿਖਾ ਲਓ ਤੇ ਜਿਹੜਾ ਦਿਓ ਆ ਜਿਹੜਾ ਇਨਸਾਨੀ ਰੂਪ ਧਾਰ ਕੇ ਇੱਥੇ ਪੜ੍ਹਾਈ ਕਰਦਾ ਹੈਗਾ। ਕਹਿੰਦੇ ਜਦੋਂ ਫਿਰ ਮੈਂ ਉਸ ਜਿਹੜਾ ਸੀਗਾ ਮੁੱਲੇ ਨੂੰ ਇਹ ਗੱਲ ਕਹੀ ਤੇ ਮੁੱਲੇ ਨੇ ਮੈਨੂੰ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ, ਮੈਂ ਤੁਹਾਨੂੰ ਇੱਕ ਆਪਣਾ ਵਿਦਿਆਰਥੀ ਦੇ ਦਿੰਦਾ, ਸ਼ਿਸ਼ ਦੇ ਦਿੰਦਾ, ਤੇ ਉਹ ਤੁਹਾਨੂੰ ਲਿਜਾ ਕੇ ਨਾ ਲਾਇਬ੍ਰੇਰੀ ਦਾ ਜਿਹੜਾ ਇੰਚਾਰਜ ਹੈਗਾ ਉਸ ਇੰਚਾਰਜ ਦੇ ਨਾਲ ਤੁਹਾਡੀ ਮੁਲਾਕਾਤ ਕਰਾ ਦੇਗਾ। ਫਿਰ ਸੋਢੀ ਸਾਹਿਬ ਕਹਿੰਦੇ ਜਦੋਂ ਫਿਰ ਅਸੀਂ ਜਿਹੜੀ ਲਾਇਬ੍ਰੇਰੀ ਦੇ ਇੰਚਾਰਜ ਦੇ ਕੋਲ ਗਏ ਆ, ਫਿਰ ਕਹਿੰਦੇ ਅਸੀਂ ਉੱਥੇ ਇੱਕ ਨਵਾਂ ਕਾਨੂੰਨ ਦੇਖਿਆ। ਕਹਿੰਦੇ ਉਹ ਇੰਚਾਰਜ ਨੇ ਮੇਰੇ ਨਾਲ ਪਹਿਲਾਂ ਤਾਂ ਬਹੁਤ ਪਿਆਰ ਦੇ ਨਾਲ ਗੱਲ ਕੀਤੀ ਆ ਤੇ ਮੇਰਾ ਕਹਿੰਦੇ ਉਹਨੇ
ਜਿਹੜਾ ਸੀ ਸਵਾਗਤ ਵੀ ਕੀਤਾ, ਪਰ ਉਹਨੇ ਮੈਨੂੰ ਇਹ ਕਿਹਾ ਕਿ ਇੱਥੇ ਸਾਡੀ ਲਾਇਬ੍ਰੇਰੀ ਵਿੱਚ ਅਗਰ ਅੰਦਰ ਤੁਸੀਂ ਆਉਣਾ ਹੈਗਾ ਤੇ ਇੱਥੇ ਦੇ ਜਿੰਨੇ ਵੀ ਜਿਹੜੇ ਧਾਰਮਿਕ ਅਸੂਲ ਆ, ਕਾਨੂੰਨ ਆ ਸ਼ਰ੍ਹਾ ਦੇ, ਉਹ ਤੁਹਾਨੂੰ ਜਿਹੜੇ ਹੈ ਨਾ ਸਾਡੇ ਨਾਲ ਸਾਂਝੇ ਕਰਨੇ ਪੈਣੇ ਆ। ਕਹਿੰਦੇ ਫਿਰ ਮੈਂ ਦੱਸਿਆ ਵੀ ਦੱਸੋ ਕੀ ਕਰੀਏ। ਉਹ ਕਹਿੰਦੇ ਵੀ ਜਿਹੜਾ ਤੁਹਾਡੇ ਕੋਲ ਕੋਈ ਇਲਮ ਆ ਅਤੇ ਜਿਹੜਾ ਮੇਰੇ ਕੋਲ ਇਲਮ ਆ, ਅਸੀਂ ਜਿਹੜਾ ਇਲਮ ਆ ਇੱਕ ਦੂਸਰੇ ਨਾਲ ਵਟਾ ਕੇ ਜਿਹੜਾ ਹੈ ਨਾ ਅੱਗੇ ਜਾਣਾ ਹੈਗਾ। ਖੈਰ ਕਹਿੰਦੇ ਅਸੀਂ ਇਸੇ ਤਰ੍ਹਾਂ ਕੀਤੀ। ਜਿਹੜਾ ਮੇਰਾ ਆਪਣਾ ਇਲਮ ਸੀਗਾ ਕਹਿੰਦੇ ਵੀ ਮੈਂ ਉਹ ਜਿਹੜਾ ਲਾਇਬ੍ਰੇਰੀ ਦਾ ਇੰਚਾਰਜ ਸੀਗਾ ਉਹਨੂੰ ਦੇ ਦਿੱਤਾ, ਉਹਨੇ ਮੈਨੂੰ ਆਪਣਾ ਦੇ ਦਿੱਤਾ। ਅੱਗੇ ਕਹਿੰਦੇ ਇੱਦਾਂ ਹੀ ਫਿਰ ਅੱਗੇ ਤੋਂ ਅੱਗੇ ਜਦ ਕਹਿੰਦੇ ਮੈਂ ਜਾਂਦਾ ਗਿਆ, ਫਿਰ ਦੂਸਰਾ ਤੀਸਰਾ ਜਿਹੜਾ ਵੀ ਲਾਇਬ੍ਰੇਰੀਅਨ ਹੋਇਆ ਹੈ ਨਾ, ਕਹਿੰਦੇ ਇਸ ਤਰ੍ਹਾਂ ਅਸੀਂ ਇੱਕ ਦੂਜੇ ਨਾਲ ਇਲਮ ਜਿਹੜੇ ਸੀ ਵਟਾਉਂਦੇ ਰਹੇ। ਜਦ ਕਹਿੰਦੇ ਮੈਂ ਲਾਇਬ੍ਰੇਰੀ ਤੋਂ ਅੱਗੇ ਗਿਆ ਅਤੇ ਜਿਹੜੇ 2 ਕੈਦੀ ਲੜਕੇ ਮੈਨੂੰ ਜਿਨ੍ਹਾਂ ਨੇ ਪਹਿਲਾਂ ਯੂਨੀਵਰਸਿਟੀ ਦੇ ਜਿਹੜੇ ਹੈ ਨਾ ਜਿਹੜੀਆਂ ਸੀ ਉਹ ਥਾਵਾਂ ਦਿਖਾਲੀਆਂ ਸੀਗੀਆਂ, ਮੈਂ ਕੀ ਦੇਖਿਆ ਇਹ ਦੋਨੇ ਜਿਹੜੇ ਬੱਚੇ ਸੀਗੇ ਉੱਥੇ ਕੈਦ ਕੀਤੇ ਹੋਏ ਸੀ। ਕਹਿੰਦੇ ਮੈਂ ਉਹਨਾਂ ਕੋਲ ਰੁਕ ਗਿਆ। ਸੋਢੀ ਸਾਹਿਬ ਕਹਿਣ ਲੱਗੇ, ਕਹਿੰਦੇ ਉਹਨਾਂ ਨੇ ਮੈਨੂੰ ਦੱਸਿਆ ਹੈਗਾ ਕਿ ਜਿਵੇਂ ਯੂਨੀਵਰਸਿਟੀ ਦਾ ਕਾਨੂੰਨ ਹੈਗਾ ਵੀ ਇੱਥੇ ਕੋਈ ਵੀ ਬਾਹਰਲਾ ਬੰਦਾ ਆਵੇ ਤਾਂ ਕਹਿੰਦੇ ਵੀ ਉਹਨੂੰ ਕੋਈ ਦਿਖਾ ਨਹੀਂ ਸਕਦਾ, ਪਰ ਸਾਨੂੰ ਕਹਿੰਦੇ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀਗੀ ਅਤੇ ਸਾਨੂੰ ਕਹਿੰਦੇ ਇਸ ਕਰਕੇ ਅਸੀਂ ਤੁਹਾਨੂੰ ਜਿਹੜਾ ਰਾਜ ਦੱਸਿਆ ਯੂਨੀਵਰਸਿਟੀ ਦੇ ਅੰਦਰ ਉਹ ਥਾਵਾਂ ਜਿਹੜੀਆਂ ਦਿਖਾਲੀਆਂ ਜਿਹੜੀਆਂ ਨਾ ਦਿਖਾਲਣ ਯੋਗ ਸੀਗੀਆਂ, ਅਤੇ ਇਹਨਾਂ ਨੇ ਕਹਿੰਦੇ ਸਾਡੇ 'ਤੇ ਫਤਵਾ ਲਾ ਕੇ ਸਾਨੂੰ ਅੰਦਰ ਕੈਦ ਕਰ ਲਿਆ ਹੈਗਾ। ਖੈਰ ਕਹਿੰਦੇ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਹੀ ਕਰ ਰਿਹਾ ਸੀ, ਸੋਢੀ ਸਾਹਿਬ ਕਹਿੰਦੇ ਫਿਰ ਉਸ ਟਾਈਮ ਮੈਨੂੰ ਹੈ ਨਾ ਜਾਣੀ ਪਿਸ਼ਾਬ ਦਾ ਜਿਹੜਾ ਸੀ ਅੰਦਰੋਂ ਜ਼ੋਰ ਪਿਆ, ਅਤੇ ਮੈਂ ਕਹਿੰਦੇ ਲਾਇਬ੍ਰੇਰੀਅਨ ਨੂੰ ਆਖਿਆ ਹੈਗਾ ਕਿ ਮੈਂ ਪਿਸ਼ਾਬ ਕਰਨਾ, ਦੱਸੋ ਇੱਥੇ ਕੀ ਜਾਣੀ ਕਿਵੇਂ ਕਰ ਸਕਦਾ ਹੈ। ਫਿਰ ਉਹ ਕਹਿੰਦੇ ਲਾਇਬ੍ਰੇਰੀ ਜਿਹੜੇ ਜਿਸੇ ਇੰਚਾਰਜ ਉਹ ਕਹਿਣ ਲੱਗੇ ਕਿ ਤੁਸੀਂ ਇੱਥੇ ਪਿਸ਼ਾਬ ਤਾਂ ਜ਼ਰੂਰ ਕਰ ਸਕਦੇ ਆ, ਪਰ ਇੱਥੇ ਇੱਕ ਕਾਨੂੰਨ ਹੈਗਾ ਕਿ ਜਦੋਂ ਤੁਸੀਂ ਪਿਸ਼ਾਬ ਕਰਕੇ ਹਟੋ ਹੈ ਨਾ, ਅਸੀਂ ਤੁਹਾਨੂੰ 4-5 ਜਿਹੜੇ ਹੈ ਨਾ ਪੱਥਰ ਦੇ ਬੱਟੇ ਦੇਵਾਂਗੇ। ਤੁਸੀਂ ਇਹ ਜਿਹੜੇ ਬੱਟੇ ਆ ਹੈ ਨਾ, ਇਹ ਬੱਟੇ ਜਿਹੜੇ ਹੈ ਨਾ ਇਹ ਆਪਣੇ ਵਿੱਚ ਵਰਤੋਂ 'ਚ ਲਿਆਉਣੇ ਆ, ਤਾਂ ਜੋ ਪਿਸ਼ਾਬ ਦਾ ਜਿਹੜਾ ਹੈ ਨਾ ਕੋਈ ਵੀ ਇਹ ਟਿਪਕਾ ਹੈਗਾ ਉਹ ਥੱਲੇ ਨਹੀਂ ਡਿੱਗਣਾ ਚਾਹੀਦਾ, ਅਤੇ ਤੁਸੀਂ ਪਿਸ਼ਾਬ ਦੇ ਤਿਪਕੇ ਜਿਹੜੇ ਹੈ ਨਾ ਇਹਨਾਂ ਬੱਟਿਆਂ ਨਾਲ ਸਾਫ਼ ਕਰ ਦੇਣੇ ਆ। ਕਹਿੰਦੇ ਜਦੋਂ ਲਾਇਬ੍ਰੇਰੀ ਵਾਲਿਆਂ ਨੇ ਮੈਨੂੰ ਇਸ ਤਰ੍ਹਾਂ ਦੀ ਗੱਲ ਕੀਤੀ ਅਤੇ ਸੋਢੀ ਸਾਹਿਬ ਕਹਿਣ ਲੱਗੇ, ਮੈਂ ਕਿਹਾ ਵੀ ਇਹ ਕਿਉਂ ਹੈ। ਉਹ ਕਹਿਣ ਲੱਗੇ ਕਿ ਅਗਰ ਆਦਮੀ ਜਿਹੜਾ ਹੈ ਨਾ ਬੱਟਿਆਂ ਦੇ ਨਾਲ ਇਸ ਜਗ੍ਹਾ ਦੇ ਵਿੱਚ ਆਪਣੇ ਤਿਪਕੇ ਨਾ ਸਾਫ਼ ਕਰੇ, ਇਹ ਜਿਹੜੇ ਦਿਓ ਹੈਗੇ ਆ, ਕਹਿੰਦੇ ਇਹ ਦਿਓ ਉਹ ਜਿਹੜਾ ਪਲੀਤ ਬੰਦਾ ਹੈ ਨਾ, ਕਹਿੰਦਾ ਫਿਰ ਉਹਨੂੰ ਢਾਹ ਲੈਂਦੇ ਆ, ਉਹਨੂੰ ਪਕੜ ਲੈਂਦੇ ਆ, ਅਤੇ ਕਹਿੰਦੇ ਹੋ ਸਕਦਾ ਉਹਨੂੰ ਉਸੇ ਟਾਈਮ ਮਾਰ ਵੀ ਦੇਣ। ਜਦ ਕਹਿੰਦੇ ਇੰਨੀ ਗੱਲ ਹੋਈ ਹੈ ਅਤੇ ਸੋਢੀ ਸਾਹਿਬ ਕਹਿਣ ਲੱਗੇ ਫਿਰ ਮੈਂ ਚੁੱਪ ਕਰ ਗਿਆ, ਅਤੇ ਕਹਿੰਦੇ ਵੀ ਜੇ ਤੁਸੀਂ ਇਹ ਕਾਨੂੰਨ ਕਰੋਗੇ ਜਿੱਥੇ ਮਰਜ਼ੀ ਪਿਸ਼ਾਬ ਕਰੋ, ਪਰ ਆ ਜਿਹੜੀ ਹੈ ਨਾ ਬੱਟਿਆਂ ਦੇ ਨਾਲ ਜਿਹੜਾ ਹੈ ਨਾ ਇਹ ਤਿਪਕਿਆਂ ਨੂੰ ਜ਼ਰੂਰ ਸਾਫ਼ ਕਰ ਲਿਓ। ਖੈਰ ਸੋਢੀ ਸਾਹਿਬ ਕਹਿੰਦੇ ਪਰ ਮੈਂ ਜਾਣਦਾ ਸੀਗਾ ਇਸ ਰਾਜ ਨੂੰ। ਕਹਿੰਦੇ ਜਦੋਂ ਮੈਂ ਜਿਉਂ ਹੀ ਕਹਿੰਦੇ ਮੈਂ ਉੱਥੇ ਬਾਥਰੂਮ ਜਿਹੜਾ ਸੀਗਾ ਕੀਤਾ, ਬਾਥਰੂਮ ਕਰਦੇ ਸਾਰੀ ਕਹਿੰਦੇ ਜਿਹੜੇ ਬਾਹਰ ਦੇ ਤਿਪਕੇ ਮੈਂ ਪੱਥਰ ਦੀ ਜਗ੍ਹਾ ਸਾਫ਼ ਕਰਨ ਦੇ ਨਾਲੋਂ ਮੈਂ ਕਹਿੰਦੇ ਇੱਕ ਮੰਤਰ ਪੜ੍ਹਿਆ ਜਿਹਦੇ ਬਾਰੇ ਮੈਂ ਚੰਗੀ ਤਰ੍ਹਾਂ ਜਾਣਦਾ ਸੀਗਾ ਕਿ ਜੇ ਇਸ ਕੋਈ ਮੰਤਰ ਨੂੰ 3 ਵਾਰੀ ਪੜ੍ਹੇਗਾ ਅਤੇ ਦਿਓ ਦਾ ਕੋਈ ਵੀ ਜਿਹੜਾ ਹੈ ਨਾ ਬਾਲ ਬੰਗਾ ਨਹੀਂ ਕਰ ਸਕਦੇ। ਸੋ ਕਹਿੰਦੇ ਮੈਂ ਜਦ ਬਾਥਰੂਮ ਕੀਤਾ ਹੈਗਾ, ਬਾਥਰੂਮ ਕਰਨ ਤੋਂ ਬਾਅਦ ਨਾਲ ਹੀ ਕਹਿੰਦੇ ਮੈਂ 3 ਵਾਰੀ ਹੈ ਨਾ ਪੋਸ਼ 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 ਸ਼ਬਦ ਬੋਲਿਆ ਮੰਤਰ। ਜਦ ਕਹਿੰਦੇ ਪੋਸ਼ 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 ਬੋਲਿਆ ਅਤੇ ਉਸ ਤੋਂ ਬਾਅਦ ਕਹਿੰਦੇ ਫਿਰ ਜਿਹੜੇ ਸੀ ਮੈਂ ਬੱਟੇ ਕੋ ਪਰੇ ਰੱਖ ਦਿੱਤੇ, ਪਰ ਮੈਂ ਉਸ ਟਾਈਮ ਦੇਖਿਆ ਕਿ ਇਹ ਜਿਹੜਾ ਪੋਸ਼ 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 ਜਿਹੜਾ ਮੰਤਰ ਸੀਗਾ ਇਹ ਉਸ ਟਾਈਮ ਹੀ ਸਿੱਧ ਹੋ ਗਿਆ, ਅਤੇ ਜਿਹਦੇ ਕਰਕੇ ਇਹ ਜਿਹੜੇ ਦਿਓ ਸੀਗੇ ਜਿਹੜੇ ਉੱਥੇ ਗੁਪਤ ਤਰੀਕੇ ਨਾਲ ਰਹਿੰਦੇ ਹੁੰਦੇ ਸੀਗੇ, ਕਹਿੰਦੇ ਉਹਨਾਂ ਦਾ ਮੇਰੇ ਉੱਤੇ ਕੋਈ ਤਰ੍ਹਾਂ ਦਾ ਪ੍ਰਭਾਵ ਨਹੀਂ ਪਿਆ, ਕੋਈ ਅਸਰ ਨਹੀਂ ਪਿਆ ਹੈਗਾ। ਉਸ ਤੋਂ ਬਾਅਦ ਕਹਿੰਦੇ ਫਿਰ ਉਹ ਜਿਹੜੇ ਇੰਚਾਰਜ ਸੀਗੇ ਕਹਿੰਦੇ ਉਹਨਾਂ ਮੇਰੇ 'ਤੇ ਖੁਸ਼ ਹੋ ਗਏ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਸਰਦਾਰ ਬਹੁਤ ਸਾਰੇ ਹੈ ਨਾ ਗੁਪਤ ਭੇਦ ਵੀ ਜਿਹੜੇ ਆ ਇਸ ਗੁਪਤ ਦੁਨੀਆ ਦੇ ਜਾਣਦਾ ਹੈ। ਖੈਰ ਕਹਿੰਦੇ ਫਿਰ ਉਹਨਾਂ ਨੇ ਮੈਨੂੰ ਹੈ ਨਾ ਉਹ ਉਸ ਲਾਇਬ੍ਰੇਰੀ ਦੇ ਵਿੱਚ ਜਾ ਕੇ ਉਹ ਜਿਹੜੇ ਸੀ ਖਾਤੇ ਵੀ ਦਿਖਾਲੇ, ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈਗਾ ਕਿ ਕਿਵੇਂ ਅਸੀਂ ਜਿੰਨੇ ਵੀ ਮੁਸਲਮਾਨ ਜਿਹੜੇ ਭਾਈ ਆ ਉਹਨਾਂ ਦੇ ਖਾਤੇ ਅਸੀਂ ਯੂਨੀਵਰਸਿਟੀ ਜਮ੍ਹਾਂ ਕਰਾਉਂਦੇ ਹਾਂ, ਪਰ ਉਹਨਾਂ ਨੂੰ 1 ਪੈਸਾ ਵਿਆਜ ਜਿਹੜਾ ਹੈਗਾ ਉਹ ਬਿਲਕੁਲ ਨਹੀਂ ਦਿੰਦੇ। ਕਹਿੰਦੇ ਨਾ ਅਸੀਂ ਵਿਆਜ ਜਿਹੜਾ ਹੈਗਾ ਜਿੰਨੇ ਵੀ ਪੈਸਾ ਜਮ੍ਹਾਂ ਹੁੰਦੇ ਆ ਉਹਨਾਂ ਨੂੰ ਦਿੰਦੇ ਆ, ਅਤੇ ਜਿੰਨੇ ਵੀ ਕਹਿੰਦੇ ਹੈਗੇ ਆ ਜੋ ਇਸ ਯੂਨੀਵਰਸਿਟੀ ਦੇ ਵਿੱਚੋਂ ਕਰਜ਼ਾ ਲੈਣ ਆਉਂਦੇ ਆ ਮੁਸਲਮਾਨ, ਉਹਨਾਂ ਤੋਂ ਕਹਿੰਦੇ ਅਸੀਂ ਸੂਦ ਵਿਆਜ ਜਿਹੜਾ ਹੈ ਨਾ ਉਹ ਵੀ ਬਿਲਕੁਲ ਨਹੀਂ ਲੈਂਦੇ। ਕਹਿਣ ਤੋਂ ਭਾਵ ਸੀ ਉਹਨਾਂ ਦਾ ਕਿ ਮੁਸਲਮਾਨ ਇਸਲਾਮ ਮਤ ਦੇ ਵਿੱਚ ਜਿਹੜਾ ਪੈਸਿਆਂ ਦੇ ਉੱਤੇ ਵਿਆਜ ਦੇਣਾ ਅਤੇ ਵਿਆਜ ਲੈਣਾ ਇਹ ਕਹਿੰਦੇ ਜਾਇਜ਼ ਨਹੀਂ ਆ। ਕਹਿੰਦੇ ਸੋਢੀ ਸਾਹਿਬ ਕਹਿੰਦੇ ਇਹ ਗੱਲ ਜਿਹੜੀ ਸੀ ਮੈਨੂੰ ਉਹਨਾਂ ਦੀ ਬੜੀ ਵਧੀਆ ਲੱਗੀ ਆ। ਉਸ ਤੋਂ ਬਾਅਦ ਕਹਿੰਦੇ ਉਹਨਾਂ ਨੇ ਯੂਨੀਵਰਸਿਟੀ ਦੇ ਹੋਰ ਵੀ ਜਿੰਨੇ ਉੱਚ ਅਧਿਕਾਰੀ ਸੀ ਸਾਰਿਆਂ ਨੂੰ ਕਹਿੰਦੇ ਉਹਨਾਂ ਨੇ ਮੇਰੇ ਨਾਲ ਮਿਲਾਇਆ ਹੈਗਾ। ਫਿਰ ਸਾਰੇ ਇਕੱਠੇ ਹੋ ਕੇ ਕਹਿੰਦੇ ਜਦ ਸ਼ਾਮ ਹੋਈ ਆ ਅਤੇ ਉਹ ਮੈਨੂੰ ਜਿਹੜਾ ਮੇਨ ਗੇਟ ਯੂਨੀਵਰਸਿਟੀ ਦਾ ਸੀਗਾ, ਇਹ ਸਾਰੇ ਕਹਿੰਦੇ ਜਿਹੜੇ ਮੁਸਲਮਾਨ ਸੀਗੇ ਉਸ ਯੂਨੀਵਰਸਿਟੀ 'ਚ ਕੰਮ ਕਰਨ ਵਾਲੇ ਉੱਚੇ ਅਹੁਦਿਆਂ 'ਤੇ ਜਿੰਨੇ ਅਫਸਰ ਸੀਗੇ ਸਾਰੇ ਕਹਿੰਦੇ ਬੜੀ ਖੁਸ਼ੀ ਨਾਲ ਮੈਨੂੰ ਮੇਨ ਗੇਟ 'ਤੇ ਜਿਹੜੇ ਸੀ ਉਹ ਛੱਡਣ ਆਏ ਆ। ਅਤੇ ਫਿਰ ਕਹਿੰਦੇ ਫਿਰ ਮੈਂ ਆਪਣਾ ਜਿਹੜਾ ਸਕੂਟਰ ਲੈ ਕੇ ਮੁੜ ਕੇ ਕਹਿੰਦੇ ਫਿਰ ਦੁਬਾਰਾ ਫਿਰ ਕਹਿੰਦੇ ਮੁਜ਼ੱਫਰਨਗਰ ਜਿਹੜਾ ਸੀ ਪਹੁੰਚਿਆ ਸੀਗਾ। ਜਦ ਘਰਦਿਆਂ ਨੇ ਕਹਿੰਦੇ ਮੈਨੂੰ ਜਿਹੜਾ ਸੀਗਾ ਉੱਥੇ ਸਹੀ ਸਲਾਮਤ ਆਉਂਦਾ ਦੇਖਿਆ,
ਤੇ ਕਹਿੰਦੇ ਫਿਰ ਤਾਂ ਜਿਹੜੇ ਘਰਦਿਆਂ ਦੇ ਵਿੱਚ ਸਾਹ 'ਚ ਸਾਹ ਆਇਆ। ਸੋ ਕਹਿਣ ਤੋਂ ਭਾਵ ਵੀ ਇਹ ਹੈਗਾ ਕਿ ਕਹਿੰਦੇ ਵੀ ਮੇਰਾ ਜਿਹੜੀ ਖੋਜ ਸੀਗੀ ਉਹ ਇਹ ਸੀਗੀ ਕਿ ਜਿਹੜੀ ਮੈਂ ਚੀਜ਼ ਕਿਸੇ ਦਾ ਸੁਣ ਲੈਂਦਾ, ਜਦ ਤੱਕ ਮੈਂ ਉਸ ਚੀਜ਼ ਨੂੰ ਅੱਖੀ ਆਪਣੀ ਨਜ਼ਰ ਨਾਲ ਨਹੀਂ ਦੇਖਦਾ ਤਦ ਤੱਕ ਮੈਂ ਯਕੀਨ ਨਹੀਂ ਕਰਦਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜੋ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਅੰਦਰ ਦੱਸਿਆ ਹੈਗਾ ਕਿ ਇਸ ਬ੍ਰਹਿਮੰਡ ਦੇ ਵਿੱਚ ਦੋ ਸ਼ਕਤੀਆਂ ਵਿਚਰਦੀਆਂ, ਇੱਕ ਦੇਵ ਹੈ, ਇੱਕ ਦੈਂਤ ਹੈਗੀ ਆ। ਪਰ ਜਿਵੇਂ ਜਿਹੜੇ ਹੈ ਦੇਵਤੇ ਆ ਉਹ ਵੀ ਨਜ਼ਰ ਨਹੀਂ ਆਉਂਦੇ, ਦੈਂਤ ਵਾਲੇ ਵੀ ਨਜ਼ਰ ਨਹੀਂ ਆਉਂਦੇ, ਪਰ ਫਿਰ ਵੀ ਉਹ ਕਿਸੇ ਨਾ ਕਿਸੇ ਗੁਪਤ ਤਰੀਕੇ ਦੇ ਨਾਲ ਜਾਂ ਇਉਂ ਕਹਿ ਲਓ ਕਿ ਆਪਣੀ ਜਿਹੜੀਆਂ ਹਨ ਇਹ ਗੁਪਤ ਰੂਹਾਂ ਦੇ ਰੂਪ ਦੇ ਵਿੱਚ ਇਸ ਬ੍ਰਹਿਮੰਡ ਦੇ ਵਿੱਚ ਧਰਤੀ 'ਤੇ ਵਿਚਰਦੇ ਰਹਿੰਦੇ ਹੈਗੇ ਆ। ਸੋ ਇਹ ਰੂਹਾਂ ਜਿਹੜੀਆਂ ਉਦੋਂ ਹੀ ਪ੍ਰਗਟ ਹੁੰਦੀਆਂ ਹੈ ਜਦੋਂ ਉਹਨਾਂ ਦਾ ਜਾਣੀ ਕੋਈ ਨਾ ਕੋਈ ਸਮਾਂ ਆ ਜਾਂਦਾ, ਜਾਂ ਤਾਂ ਉਹ ਰੂਹਾਂ ਜਿਹੜੀਆਂ ਹੈਗੀਆਂ ਉਦੋਂ ਪ੍ਰਗਟ ਹੁੰਦੀਆਂ ਜਦੋਂ ਪ੍ਰਸੰਨ ਹੋ ਜਾਂਦੀਆਂ, ਜਾਂ ਉਦੋਂ ਪ੍ਰਗਟ ਹੁੰਦੀਆਂ ਜਦੋਂ ਉਹ ਬਿਲਕੁਲ ਕਰੋਪ ਹੋ ਜਾਂਦੀਆਂ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।